ਕੀਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜੋ ਪਹਿਲਾ ਵਿਆਹ ਹੈ, ਗੁਰੂ ਕੇ ਲਾਹੌਰ, ਜਿਸ ਨੂੰ ਬਸੰਤਗੜ੍ਹ ਕਿਹਾ ਜਾਂਦਾ, ਇਹ ਜੋ ਨਗਰ ਹੈ ਇਹਦਾ ਨਾਮ ਬਸੰਤਗੜ੍ਹ ਹੈ। 12-13 ਮੀਲ ਦੂਰ ਹੈ ਅਨੰਦਪੁਰ ਸਾਹਿਬ ਤੋਂ ਇਹ ਸਤਿਗੁਰਾਂ ਦਾ ਵਸਾਇਆ ਹੋਇਆ ਸ਼ਹਿਰ। ਇੱਥੇ ਮਹਾਰਾਜ ਜੀ ਬਰਾਤ ਲੈ ਕੇ ਗਏ ਨੇ ਮਾਤਾ ਜੀਤਾਂ ਜੀਆਂ ਨੂੰ ਵਿਆਹੁਣ ਵਾਸਤੇ। ਇੱਕ ਧੋਬੀ ਨੇ ਆ ਕੇ ਬੇਨਤੀ ਕੀਤੀ ਹੈ, ਮਹਾਰਾਜ ਜੀ ਪਾਣੀ ਦੀ ਬੜੀ ਕਮੀ ਮਹਿਸੂਸ ਹੋ ਰਹੀ ਹੈ, ਮੈਂ ਬਸਤਰ ਧੋਂਦਾ ਹਾਂ ਆਪ ਜੀ ਦੇ ਬਰਾਤੀਆਂ ਦੇ, ਪਰ ਪਾਣੀ ਨਹੀਂ ਮਿਲਦਾ। ਸਤਿਗੁਰੂ ਉਹਦੀ ਬੇਨਤੀ ਸੁਣ ਕੇ ਮਹਾਰਾਜ ਨੇ ਬਰਸ਼ਾ ਹੱਥ ਵਿੱਚ ਫੜਿਆ ਤੇ ਪੱਥਰ ਦੇ ਵਿੱਚ ਬੜੇ ਜ਼ੋਰ ਦੀ ਬਰਸ਼ਾ ਮਾਰਿਆ, ਅਤੇ ਜਦੋਂ ਬਰਸ਼ਾ ਬਾਹਰ ਕੱਢਿਆ ਤੇ ਉਹਦੇ ਵਿੱਚੋਂ ਇੱਕ ਪਾਣੀ ਦੀ ਧਾਰਾ, ਇੱਕ ਪਾਣੀ ਦਾ ਚਸ਼ਮਾ ਜਿਹੜਾ ਸੀ ਉਹ ਫੁੱਟਿਆ। ਇੱਕ ਸਿੱਖ ਕੋਲ ਖਲੋਤਾ ਹੋਇਆ, ਉਹਦੇ ਮਨ ਵਿੱਚ ਵਿਚਾਰ ਆਈ, ਮਹਾਰਾਜ ਮੈਨੂੰ ਕਹਿੰਦੇ ਤੇ ਮੈਂ ਬਰਸ਼ਾ ਪੱਟ ਕੇ ਵਿਖਾਉਂਦਾ। ਦੂਜੀ ਵਾਰੀ ਫਿਰ ਮਹਾਰਾਜ ਨੇ ਬਰਸ਼ਾ ਉਹਦੇ ਵਿੱਚ ਮਾਰਿਆ ਤੇ ਕਹਿਣ ਲੱਗੇ, ਇਸ ਨੂੰ ਆਖਿਆ ਬਰਸ਼ਾ ਬਾਹਰ ਕੱਢ, ਨਿਕਲਿਆ ਨਹੀਂ। ਫਿਰ ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, 2 ਪਾਣੀ ਦੇ ਚਸ਼ਮੇ ਪੈਦਾ ਹੋਏ ਨੇ, ਇੱਕ ਹੋਰ ਪੈਦਾ ਕਰੋ, 3 ਚਸ਼ਮੇ ਪੈਦਾ ਹੋ ਜਾਣ, ਤ੍ਰਿਵੇਣੀ ਬਣ ਜਾਵੇ, ਤਾਂ ਕਿ ਸੰਗਤਾਂ ਇੱਥੇ ਪਾਣੀ ਪੀਆ ਕਰਨ, ਜਲ ਛਕਿਆ ਕਰਨ। ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕਰਿਆ ਏ। ਮਹਾਰਾਜ ਕਿਵੇਂ ਕਿਰਪਾ ਕਰਦੇ, ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੋ ਇਸ਼ਨਾਨ ਕਰੇ ਅਚਮਾਨ ਕੋ। ਸਤਿਗੁਰੂ ਪਾਤਸ਼ਾਹ ਜਦੋਂ ਇਹ ਪਾਣੀ ਦਾ ਚਸ਼ਮਾ ਪੈਦਾ ਕੀਤਾ ਨਾ ਮਹਾਰਾਜ ਨੇ, ਤੇ ਫਿਰ ਕੋਈ ਪਾਣੀ ਪੀਂਦਾ ਪਿਆ ਤੇ ਕੋਈ ਇਸ ਪਾਣੀ ਦੇ ਨਾਲ ਇਸ਼ਨਾਨ ਕਰਦਾ ਹੈ। ਦੇਖ ਵਿਸ਼ੇਕ ਭਨੈ ਬਲਵੰਤੇ। ਵੇਖ ਕੇ ਸਾਰੇ ਹੀ ਆਖਦੇ ਵੀ ਮਹਾਰਾਜ ਬਹੁਤ ਬਲ ਵਾਲੇ ਨੇ, ਜਿਨ੍ਹਾਂ ਨੇ ਐਸੀ ਕਿਰਪਾ ਕੀਤੀ ਹੈ ਕਿ ਇਹ ਪਾਣੀ ਦਾ ਚਸ਼ਮਾ ਪੱਥਰ ਦੇ ਵਿੱਚੋਂ ਮਹਾਰਾਜ ਨੇ ਬਰਸ਼ਾ ਮਾਰ ਕੇ ਕੱਢ ਦਿੱਤਾ ਹੈ। ਇਸ ਤਰ੍ਹਾਂ ਦੇ ਕੌਤਕ ਵੇਖ ਕੇ ਮਹਾਰਾਜ ਜੀਆਂ ਦਾ ਬਲ ਸੰਗਤ ਨੂੰ ਪਤਾ ਲੱਗਾ ਹੈ। ਪੂਰਨ ਸ਼੍ਰੀ ਪ੍ਰਭ ਦੀਨ ਪੈ ਦਿਆਲ। ਸੰਗਤਾਂ ਬੇਨਤੀ ਕਰਦੀਆਂ, ਮਹਾਰਾਜ ਸਾਹਿਬ ਜੀਓ ਆਪ ਜੀ ਪੂਰਨ ਹੋ, ਦੀਨਾਂ ਤੇ ਦਿਆਲਤਾ ਕਰਨ ਵਾਲੇ, ਰਹਿਮਤ ਕਰਨ ਵਾਲੇ, ਬਖਸ਼ਿਸ਼ ਕਰਨ ਵਾਲੇ ਹੋ। ਅਤੇ ਉਹ ਜਨ ਰਾਵਣ ਯੁੱਧ ਕਰਨ ਤੇ। ਸਤਿਗੁਰੂ ਪਾਤਸ਼ਾਹ ਜੀਓ ਆਪ ਜੀ ਐਸੀ ਕਿਰਪਾ ਕਰਦੇ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ। ਹਰੇਕ ਯੁੱਗ ਦੇ ਵਿੱਚ ਆਪ ਭਗਤਾਂ ਦੀ ਰੱਖਿਆ ਕਰਦੇ ਹੋ, ਦੁਸ਼ਟਾਂ ਦਾ ਨਾਸ਼ ਕਰਦੇ ਹੋ, ਸਮੇਂ ਸਮੇਂ 'ਤੇ ਅਵਤਾਰ ਲੈ ਕੇ ਆਉਂਦੇ ਹੋ। ਆਪ ਜੀ ਨੇ ਤ੍ਰੇਤੇ ਯੁੱਗ ਦੇ ਵਿੱਚ ਰਾਵਣ ਨੂੰ ਮਾਰ ਕੇ ਅਤੇ ਇਸੇ ਤਰ੍ਹਾਂ ਰਾਮ ਜੀਆਂ ਦੀ ਜਿੱਤ ਕਰਵਾਈ ਹੈ। ਇਹ ਸਾਰੇ ਕੌਤਕ ਆਪ ਜੀ ਨੇ ਵਰਤਾਏ ਹਨ। ਰਚ ਕਰੀ ਪ੍ਰਹਿਲਾਦ ਕੀ ਆਪ। ਇਸੇ ਤਰ੍ਹਾਂ ਸਤਿਯੁਗ ਦੇ ਵਿੱਚ ਭਗਤ ਪ੍ਰਹਿਲਾਦ ਦੀ ਆਪ ਜੀ ਨੇ ਰੱਖਿਆ ਕੀਤੀ ਹੈ। ਨਰਸਿੰਘ ਅਵਤਾਰ ਬਣ ਕੇ ਹਰਨਾਕਸ਼ ਨੂੰ ਮਾਰਿਆ। ਇਹ ਸਾਰੇ ਪਹਿਲਿਆਂ ਯੁੱਗਾਂ ਵਿੱਚ ਆਪ ਜੀ ਨੇ ਕੌਤਕ ਕੀਤੇ ਹਨ। ਭਇਓ ਨਰਸਿੰਘ ਸੋ ਦੈਤ ਕੋ ਹੰਤੇ। ਇਹ ਜਿਹੜਾ ਨਰਸਿੰਘ ਸੀ ਨਾ, ਦੈਤ ਜਿਸ ਨੂੰ ਹਰਨਾਕਸ਼ ਕਿਹਾ ਜਾਂਦਾ ਹੈ, ਇਸ ਹਰਨਾਕਸ਼ ਨੂੰ ਆਪ ਜੀ ਨੇ ਨਰਸਿੰਘ ਹੋ ਕੇ ਮਾਰਿਆ। ਨਰਸਿੰਘ ਤੋਂ ਭਾਵ ਹੁੰਦਾ ਹੈ ਅੱਧਾ ਸਰੀਰ ਬੰਦੇ ਦਾ, ਅੱਧਾ ਸਰੀਰ ਸ਼ੇਰ ਦਾ, ਕਿਉਂਕਿ ਸਿੰਘ ਨਾਮ ਸ਼ੇਰ ਦਾ ਹੈ। ਮਹਾਰਾਜ ਨੇ ਸਾਡੇ ਨਾਮ ਦੇ ਪਿੱਛੇ ਵੀ ਸਿੰਘ ਲਵਾਇਆ ਨਾ, ਫਲਾਣਾ ਸਿੰਘ। ਸਿੰਘ ਤੋਂ ਭਾਵ ਹੁੰਦਾ ਸ਼ੇਰ। ਇਹ ਸ਼ੇਰਾਂ ਦੀ ਕੌਮ ਮਹਾਰਾਜ ਨੇ ਪੈਦਾ ਕੀਤੀ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਸਾਨੂੰ ਸ਼ੇਰ ਬਣਨਾ ਚੰਗਾ ਨਹੀਂ ਲੱਗਦਾ, ਅੱਜ ਵੀ ਅਸੀਂ ਹੋਰ ਦੇ ਹੋਰ ਨਾਮ ਰਖਾ ਕੇ ਬੈਠ ਗਏ, ਪਰ ਮਹਾਰਾਜ ਨੇ ਸਿੰਘ ਨਾਮ ਸ਼ੇਰ ਦਾ ਸਾਨੂੰ ਬਖਸ਼ਿਸ਼ ਕੀਤਾ ਹੈ। ਸੋ ਇੱਥੇ ਗੁਰਮੁਖੋ ਸਿੰਘ ਨਾਮ ਹੈ ਸ਼ੇਰ ਦਾ ਤੇ ਨਰ ਨਾਮ ਹੈ ਮਨੁੱਖ ਦਾ। ਇਹ ਜਿਹੜਾ ਰੱਬ ਨੇ ਅਵਤਾਰ ਧਾਰਿਆ ਸੀ ਨਾ, ਇਸ ਨੂੰ ਹਰਨਾਕਸ਼ ਨੂੰ ਮਾਰਨ ਵਾਸਤੇ, ਇਹ ਸਰੀਰ ਜਿਹੜਾ ਸੀ ਥੱਲੇ ਦਾ ਧੜ, ਉਹ ਤੇ ਮਨੁੱਖ ਦਾ ਸੀਗਾ, ਜਿਹੜਾ ਉੱਤੇ ਸਿਰ ਲੱਗਾ ਹੋਇਆ ਸ਼ੇਰ ਦਾ ਲੱਗਾ ਹੋਇਆ। ਇਸ ਤਰ੍ਹਾਂ ਦਾ ਇਹ ਰੂਪ ਬਣਾਇਆ ਸੀ ਪ੍ਰਮਾਤਮਾ ਨੇ ਨਰਸਿੰਘ ਨੂੰ ਪੈਦਾ ਕਰਕੇ ਹਰਨਾਕਸ਼ ਨੂੰ ਮਾਰਨ ਵਾਸਤੇ। ਇਹ ਸੰਗਤਾਂ ਬੇਨਤੀ ਕਰਦੀਆਂ, ਮਹਾਰਾਜ ਜਦੋਂ ਭਗਤਾਂ ਨੂੰ ਕੋਈ ਦੁੱਖ ਦਿੰਦਾ ਨਾ, ਫਿਰ ਤੁਸੀਂ ਕਿਹੋ ਜਿਹਾ ਵੀ ਤੁਹਾਨੂੰ ਸਰੂਪ ਬਣਾਉਣਾ ਪਵੇ, ਤੁਸੀਂ ਬਣਾ ਕੇ ਉਸ ਦੀ ਰੱਖਿਆ ਕਰਦੇ ਹੋ। ਕਿਆ ਇਨਕੇ ਬਲ ਕੋ ਪ੍ਰਮਾਨ ਹੈ। ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਬਲ ਦਾ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ, ਤੁਹਾਡੇ ਬਲ ਨੂੰ ਮਾਪਿਆ ਨਹੀਂ ਜਾ ਸਕਦਾ, ਨਾ ਕਿਸੇ ਫੀਤੇ ਦੇ ਨਾਲ, ਨਾ ਕਿਸੇ ਤਕੜੀ ਦੇ ਨਾਲ, ਨਾ ਕਿਸੇ ਵੀ ਤਜਰਬੇ ਦੇ ਨਾਲ ਤੁਹਾਡੇ ਬਲ ਦਾ ਕੋਈ ਅੰਤ ਕਹਿ ਨਹੀਂ ਸਕਦਾ ਵੀ ਤੁਹਾਡੇ ਵਿੱਚ ਕਿੰਨਾ ਬਲ ਹੈ।
ਆਪ ਜੀ ਬੇਅੰਤ ਬਲ ਦੇ ਮਾਲਕ ਹੋ। ਤੀਨੋਂ ਲੋਕ ਪਤੀ ਭਗਵੰਤੇ। ਸਤਿਗੁਰੂ ਜੀ ਆਪ ਤਿੰਨਾਂ ਲੋਕਾਂ ਦੇ ਪਤੀ ਹੋ, ਤਿੰਨਾਂ ਲੋਕਾਂ ਦੇ ਮਾਲਕ ਹੋ। ਸਵਰਗ ਲੋਕ ਜਿੱਥੇ ਦੇਵਤੇ ਨਿਵਾਸ ਕਰਦੇ, ਮਾਤ ਲੋਕ ਜਿੱਥੇ ਅਸੀਂ ਰਹਿੰਦੇ ਹਾਂ, ਮਨੁੱਖ ਰਹਿੰਦੇ ਨੇ, ਅਤੇ ਪਤਾਲ ਲੋਕ ਥੱਲੇ ਜੋ ਸਾਡੇ ਧਰਤੀ ਹੈ। ਮਹਾਰਾਜ ਆਪ ਤਿੰਨਾਂ ਲੋਕਾਂ ਦੇ ਮਾਲਕ ਹੋ, ਐਸੀ ਆਪ ਜੀ ਦਾਤ ਬਖਸ਼ਦੇ ਹੋ। ਆਵਤ ਹੈ ਇੱਕ ਧਾਵਤ ਜਾਵਤ। ਕਹਿਣ ਲੱਗੇ ਇਸੇ ਤਰ੍ਹਾਂ ਮਹਾਰਾਜ ਜੀਆਂ ਦੇ ਵਿਆਹ ਦੇ ਵਿੱਚ ਕੋਈ ਆਉਂਦਾ ਪਿਆ ਤੇ ਕੋਈ ਇਸੇ ਤਰ੍ਹਾਂ ਦੌੜ ਕੇ ਜਾਂਦਾ ਹੈ। ਗਾਵਤ ਕੀਰਤ ਪਾਵਨ ਕੋ। ਅਤੇ ਕੋਈ ਮਹਾਰਾਜ ਜੀਆਂ ਦੀ ਪਵਿੱਤਰ ਕੀਰਤੀ ਜਿਹੜੀ ਹੈ ਨਾ, ਗੁਰਮੁਖੋ ਸੰਗਤਾਂ ਗਾਉਂਦੀਆਂ ਪਈਆਂ, ਕਹਿੰਦੀਆਂ ਪਈਆਂ ਹਨ। ਕੇਤਕ ਬਾਸਰ ਕੀਨ ਮੁਕਾਮ ਸੋ। ਸਤਿਗੁਰੂ ਜੀਆਂ ਨੇ ਕੁਝ ਮਹੀਨੇ ਇੱਥੇ, ਕੁਝ ਦਿਨ ਇੱਥੇ ਮਹਾਰਾਜ ਨੇ ਬਤੀਤ ਕੀਤੇ ਹਨ। ਸੰਗਤ ਕੇ ਹਰ ਖਾਵਨ ਕੋ। ਸੰਗਤਾਂ ਨੂੰ ਖੁਸ਼ ਕਰਨ ਵਾਸਤੇ, ਪ੍ਰਸੰਨ ਕਰਨ ਵਾਸਤੇ ਮਹਾਰਾਜ ਨੇ ਵਿਆਹ ਦਾ ਕੌਤਕ ਰਚਿਆ ਹੈ। ਅਸਲ ਵਿੱਚ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਹਨ। ਕੌਤਕ ਹੋਤ ਬਿਲੋਕਤ ਲੋਕ। ਬਹੁਤੇ ਲੋਕ ਮਹਾਰਾਜ ਜੀਆਂ ਦੇ ਐਸੇ ਕੌਤਕਾਂ ਨੂੰ, ਨਜ਼ਾਰਿਆਂ ਨੂੰ, ਆਨੰਦ ਨੂੰ ਦੇਖਦੇ ਹਨ। ਪ੍ਰਮੋਦ ਗੁਰੂ ਗੁਣ ਗਾਵਤ ਕੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਗੁਣਾਂ ਨੂੰ ਗਾ ਗਾ ਕੇ ਸੰਗਤਾਂ ਬਹੁਤ ਜ਼ਿਆਦੀਆਂ ਪ੍ਰਸੰਨ ਹੁੰਦੀਆਂ, ਔਰ ਸੰਗਤਾਂ ਨੂੰ ਗੁਣ ਗਾਉਂਦਿਆਂ ਵੇਖ ਕੇ ਮਹਾਰਾਜ ਬੜੀ ਬਖਸ਼ਿਸ਼ ਕਰਦੇ ਹਨ। ਪੀਰ ਬਾਜ਼ਾਰ ਮਜ਼ਾਰ ਹਜ਼ਾਰਨ। ਇਸੇ ਤਰ੍ਹਾਂ ਕਹਿਣ ਲੱਗੇ ਵੀ ਬਾਜ਼ਾਰਾਂ ਵਿੱਚ ਗੁਰਮੁਖੋ ਬਹੁਤ ਜ਼ਿਆਦੀ ਭੀੜ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹਨ। ਹਵੈ ਵਿਵਹਾਰ ਕਮਾਵਨ ਕੋ। ਇੱਥੇ ਬਹੁਤ ਜ਼ਿਆਦਾ ਕਹਿਣ ਲੱਗੇ ਵੀ ਵਪਾਰ ਹੁੰਦਾ ਪਿਆ। ਮਹਾਰਾਜ ਦੇ ਵਿਆਹ ਦੇ ਵਿੱਚ ਨਾ ਗੁਰਮੁਖੋ ਕਈ ਸ਼ਹਿਰਾਂ, ਕਈ ਦੇਸ਼ਾਂ ਦੀ ਸੰਗਤ ਆਈ ਹੈ। ਬਹੁਤੀਆਂ ਸੰਗਤਾਂ ਵਿਆਹ ਵੇਖਣ ਆਈਆਂ ਤੇ ਦੁਕਾਨਾਂ ਦੇ ਉੱਪਰ ਦੁਕਾਨਦਾਰ ਜਿਹੜੇ ਨੇ ਬੜੀ ਕਮਾਈ ਕਰਦੇ ਹਨ। ਹੋਤ ਆਹਾਰ ਅਨੇਕ ਪ੍ਰਕਾਰ। ਤੇ ਸਤਿਗੁਰਾਂ ਦੀ ਬਰਾਤ ਵਾਸਤੇ, ਗੁਰੂ ਕੀ ਸੰਗਤ ਵਾਸਤੇ ਰੋਜ਼ ਨਵੇਂ ਤੋਂ ਨਵਾਂ ਲੰਗਰ ਪ੍ਰਸਾਦਾ ਜਿਹੜਾ ਹੈ ਉਹ ਸੰਗਤ ਵੱਲੋਂ ਤਿਆਰ ਹੁੰਦਾ ਹੈ। ਕਰੈ ਹਿਤ ਧਾਰ ਅਚਾਏ ਆਨੰਦ। ਤੇ ਕਹਿਣ ਲੱਗੇ ਬੜੇ ਹਿੱਤ ਦੇ ਨਾਲ, ਬੜੇ ਪ੍ਰੇਮ ਦੇ ਨਾਲ ਸੰਗਤਾਂ ਬੜੇ ਆਨੰਦ ਦੇ ਨਾਲ ਇਸ ਭੋਜਨ ਪ੍ਰਸ਼ਾਦੇ ਨੂੰ ਬਣਾ ਕੇ ਛਕਦੇ ਤੇ ਛਕਾਉਂਦੇ ਹਨ। ਬ੍ਰਿੰਦ ਮਸੰਦ ਸੋ ਪ੍ਰੇਰਤ ਸੰਗਤ। ਸਤਿਗੁਰੂ ਜੀਆਂ ਦੇ ਕਈ ਮਸੰਦ ਸੰਗਤ ਨੂੰ ਪ੍ਰੇਰ ਕੇ ਲਿਆਉਂਦੇ ਹਨ। ਆਪਨ ਡੇਰੇ ਮੈਂ ਲਿਆਏ ਕੈ ਬੰਦਤ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਆ ਕੇ ਸੰਗਤਾਂ ਨਮਸਕਾਰ ਕਰਦੀਆਂ ਹਨ। ਹਾਤਨ ਜ਼ੋਰ ਨੇ ਹੋਰਤ ਸ਼੍ਰੀ ਗੁਰ। ਕਹਿਣ ਲੱਗੇ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਜਿਹੜੇ ਹਨ ਉਹ ਬਖਸ਼ਿਸ਼ ਕਰਦੇ, ਸੰਗਤਾਂ ਹੱਥ ਜੋੜ ਕੇ ਗੁਰੂ ਦੇ ਦਿਦਾਰੇ ਕਰਦੀਆਂ ਹਨ। ਦੇਤ ਅਕੂਰਨ ਦੋਸ਼ ਤੇ ਨਿਕੰਦਤ। ਸਤਿਗੁਰੂ ਪਾਤਸ਼ਾਹ ਜੀਆਂ ਨੂੰ ਭੇਟ ਕਰਦੇ। ਮਹਾਰਾਜ ਕਈ ਦੋਸ਼ਾਂ ਨੂੰ ਨਾਸ ਕਰਨ ਵਾਲੇ ਹਨ। ਫੇਰ ਨਹੀਂ ਅਵਕਾਸ਼ ਲਹੈ ਅਸ। ਸੰਗਤਾਂ ਇਹ ਗੱਲ ਕਹਿੰਦੀਆਂ ਵੀ ਇਹੋ ਜਿਹਾ ਮੌਕਾ ਫਿਰ ਬਾਅਦ ਵਿੱਚ ਨਹੀਂ ਮਿਲਣਾ ਹੈ। ਦੋਨੋਂ ਲੋਕਨ ਲਾਭ ਬਿਲੰਦਤ। ਸਤਿਗੁਰੂ ਪਾਤਸ਼ਾਹ ਜੀ ਦੋਨਾਂ ਲੋਕਾਂ ਦਾ ਲਾਭ ਤੇ ਆਨੰਦ ਦੇਣ ਵਾਲੇ ਹਨ। ਦੋਹਰਾ ਕਹੋ ਕਹਾ ਲਗ ਵਿਆਹ ਕੋ ਲਪੁਰ ਜਥਾ ਉਸ਼ਾਹ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮੈਂ ਵਿਆਹ ਦਾ ਵਰਣਨ ਕਿੱਥੋਂ ਤੱਕ ਕਰਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਪਹਿਲਾ ਵਿਆਹ ਨਾ ਗੁਰੂ ਕੇ ਲਾਹੌਰ ਵਿੱਚ ਹੋਇਆ ਹੈ। ਕਹਿਣ ਲੱਗੇ ਇਸ ਵਿਆਹ ਦਾ ਵਰਣਨ ਕਿੱਥੋਂ ਤੱਕ ਕਰੀਏ, ਕੀਤਾ ਨਹੀਂ ਜਾ ਸਕਦਾ। ਕਿੰਨੀਆਂ ਸੰਗਤਾਂ ਤੇ ਕੈਸੇ ਆਨੰਦ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਦਿਨ ਸੈਰ ਕਰਦਿਆਂ ਅੱਗੇ ਜੰਗਲ ਵਿੱਚ ਚਲੇ ਗਏ। ਦੁਸ਼ਮਣ ਨੇ ਵੇਖਿਆ ਵੀ ਮਹਾਰਾਜ ਇਕੱਲੇ ਨੇ। ਸਤਿਗੁਰਾਂ ਦੇ ਉੱਪਰ ਦੁਸ਼ਮਣ ਨੇ ਬਲੀਆ ਚੰਦ ਵਰਗੇ, ਇਸੇ ਤਰ੍ਹਾਂ ਆਲਮ ਚੰਦ ਵਰਗੇ ਜਿਹੜੇ ਲੋਕ ਸਨ, ਉਹਨਾਂ ਨੇ ਮਹਾਰਾਜ ਤੇ ਹਮਲਾ ਕਰ ਦਿੱਤਾ। ਤੇ ਸਤਿਗੁਰੂ ਪਾਤਸ਼ਾਹ ਉਸ ਵੇਲੇ ਜੰਗਲ ਦੇ ਵਿੱਚ ਵਿਚਰਦੇ ਪਏ ਤੇ ਇੱਕ ਵੱਡਾ ਸਾਰਾ ਪੱਥਰ ਹੈ, ਉਹਦੇ ਉਹਲੇ ਮਹਾਰਾਜ ਨੇ ਆਸਰਾ ਲੈ ਲਿਆ। ਉਸ ਸਥਾਨ ਦਾ ਨਾਮ ਹੈ ਗੁਰਮੁਖੋ ਗੁਰਦੁਆਰਾ ਨੜ ਸਾਹਿਬ। ਨੜ ਜਿਹੜਾ ਹੈ ਉਹ ਪਹਾੜੀ ਬੋਲੀ ਦੇ ਵਿੱਚ ਪੱਥਰ ਨੂੰ ਕਹਿੰਦੇ ਨੇ। ਜਿਵੇਂ ਆਪਾਂ ਕਹਿ ਦਿੰਦੇ ਆ ਪੱਥਰ, ਪਹਾੜੀਏ ਲੋਕ ਪੱਥਰ ਨੂੰ ਨੜ ਕਹਿੰਦੇ ਨੇ। ਉਹ ਨੜ ਇੱਕ ਪੱਥਰ ਹੈ ਬੜਾ ਵੱਡਾ, ਔਰ ਪਹਾੜਾਂ ਤੋਂ ਵੱਖਰਾ ਹੀ ਹੈ। ਉਹਦੇ ਨੇੜੇ ਪਹਾੜ ਕੋਈ ਨਹੀਂ ਹੈ, ਪਹਾੜ ਆਸੇ-ਪਾਸੇ ਦੂਰ ਨੇ। ਵੱਡਾ ਸਾਰਾ ਇੱਕ ਪੱਥਰ ਪਿਆ ਹੋਇਆ, ਬੰਦੇ ਦੇ ਕੱਦ ਤੋਂ ਵੀ ਬੜਾ ਉੱਚਾ, ਬੜਾ ਵੱਡਾ। ਉਹਦੇ ਵਿੱਚ ਕਈ ਤਰ੍ਹਾਂ ਦੇ ਨਿਸ਼ਾਨ ਲੱਗੇ ਹੋਏ ਗੋਲੀਆਂ ਦੇ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਵਿਚਰਦੇ ਇਸ ਪੱਥਰ ਦੇ ਇਸ ਇਲਾਕੇ ਵਿੱਚ ਗਏ ਨਾ, ਤੇ ਦੁਸ਼ਮਣ ਨੇ ਵੇਖ ਕੇ ਮਹਾਰਾਜ ਨੂੰ ਹਮਲਾ ਕਰ ਦਿੱਤਾ। ਸਤਿਗੁਰਾਂ ਦੇ ਨਾਲ ਥੋੜੇ ਹੀ ਸਿੱਖ ਸਨ ਉਸ ਵੇਲੇ। ਮਹਾਰਾਜ ਉਸ ਪੱਥਰ ਦੇ ਉਹਲੇ ਹੋ ਕੇ ਪਾਤਸ਼ਾਹ ਨੇ ਕਈ ਤੀਰ ਚਲਾਏ, ਦੁਸ਼ਮਣ ਦੇ ਆਹੂ ਲਾਏ। ਤੇ ਉਸ ਵੇਲੇ ਖਾਲਸੇ ਨੂੰ ਥੋੜਾ ਮਾਣ ਹੋ ਗਿਆ ਮਨ ਦੇ ਵਿੱਚ ਵੀ ਅਸੀਂ ਬੜਾ ਭਿਆਨਕ ਜੰਗ ਕਰਨਾ ਜਾਣਦੇ ਹਾਂ, ਦੁਸ਼ਮਣ ਨੂੰ ਮੈਦਾਨ ਵਿੱਚੋਂ ਭਜਾਉਣਾ ਜਾਣਦੇ ਹਾਂ। ਸਤਿਗੁਰੂ ਪਾਤਸ਼ਾਹ ਨੇ ਵੇਖਿਆ ਵੀ ਇਹਨਾਂ ਦੇ ਮਨ ਵਿੱਚ ਮਾਣ ਆ ਗਿਆ ਵੀ ਅਸੀਂ ਸਭ ਕੁਝ ਕਰਨ ਦੇ ਯੋਗ ਹਾਂ। ਜਾਣ ਬੁੱਝ ਕੇ ਮਹਾਰਾਜ ਉਸ ਪੱਥਰ ਦੇ ਕੋਲੋਂ ਨਿਕਲੇ ਤੇ ਪਰੇ ਜਾ ਕੇ ਝਾੜੀਆਂ ਦੇ ਉਹਲੇ ਜਾ ਕੇ ਮਹਾਰਾਜ ਖੜ ਗਏ।
ਜਦੋਂ ਪਾਤਸ਼ਾਹ ਜੀ ਪਰੇ ਹੋ ਕੇ ਖੜੇ ਤੇ ਕਹਿਣ ਲੱਗੇ ਉਹਨਾਂ ਪਹਾੜੀਆਂ ਦਾ ਜ਼ੋਰ ਪੈ ਗਿਆ ਤੇ ਖਾਲਸਾ ਜਿਹੜਾ ਨਾ ਉਹਦੇ ਜੰਗ ਵਿੱਚੋਂ ਪੈਰ ਜਿਹੜੇ ਪੱਟੇ ਗਏ, ਉਖੜ ਗਏ, ਪਿੱਛੇ ਹਟਣ ਤੇ ਮਜਬੂਰ ਹੋਣਾ ਪਿਆ। ਫਿਰ ਮਨ ਦੇ ਵਿੱਚੋਂ ਮਾਣ ਖਤਮ ਹੋਇਆ ਵੀ ਅਸੀਂ ਤੇ ਐਵੇਂ ਮਾਣ ਕਰੀ ਬੈਠੇ ਵੀ ਜੰਗ ਅਸੀਂ ਜਿੱਤਦੇ ਪਏ, ਦੁਸ਼ਮਣ ਨੂੰ ਅਸੀਂ ਅੱਗੇ ਲਾਇਆ। ਇਹ ਸਾਰਾ ਕੁਝ ਤੇ ਮਹਾਰਾਜ ਹੀ ਕਰਦੇ ਪਏ ਸਨ। ਸਾਡੇ ਮਨ ਵਿੱਚ ਮਾਣ ਆਇਆ, ਫਿਰ ਅਰਦਾਸ ਕੀਤੀ, ਖਿਮਾ ਮੰਗੀ, ਮਹਾਰਾਜ ਅਸੀਂ ਅਣਜਾਣੇ ਵਿੱਚ ਐਸਾ ਮਾਣ ਕਰ ਬੈਠੇ, ਆਪ ਜੀ ਕਿਰਪਾ ਕਰੋ, ਸਾਡੀ ਲਾਜਪਤ ਆਪ ਜੀ ਦੇ ਹੱਥ ਵਿੱਚ ਹੈ। ਜਦੋਂ ਐਸੀ ਅਰਦਾਸ ਬੇਨਤੀ ਕੀਤੀ, ਸਤਿਗੁਰੂ ਝਾਟੀ ਉਹਨਾਂ ਪਹਾੜੀਆਂ ਨੂੰ ਮਾਰਨ ਵਾਸਤੇ ਝਾੜੀਆਂ ਵਿੱਚੋਂ ਝਾਟੀ ਬਾਹਰ ਆ ਗਏ। ਪਾਤਸ਼ਾਹ ਜੀ ਨੇ ਬਾਹਰ ਆਉਂਦਿਆਂ ਖਾਲਸੇ ਨੂੰ ਐਸਾ ਉਤਸ਼ਾਹ ਬਖਸ਼ਿਸ਼ ਕੀਤਾ, ਐਸੜਾ ਥਾਪੜਾ ਬਖਸ਼ਿਆ ਮਹਾਰਾਜ ਨੇ ਖਾਲਸੇ ਨੂੰ। ਜਿੱਥੇ ਜਜ਼ਬਾ ਬਖਸ਼ਿਸ਼ ਕੀਤਾ, ਮਹਾਰਾਜ ਨੇ ਹੌਸਲਾ ਤੇ ਬਲ ਬਖਸ਼ਿਆ। ਉੱਥੇ ਮਹਾਰਾਜ ਸਾਹਿਬ ਜੀ ਆਪ ਵੀ ਤੀਰ ਕਮਾਨ ਲੈ ਕੇ ਬੜੇ ਬੜੇ ਭਿਆਨਕ ਤੀਰ ਪਾਤਸ਼ਾਹ ਨੇ ਚਲਾਏ। ਇਹਨਾਂ ਪਹਾੜੀਆਂ ਨੂੰ ਭੱਜਣ ਵਾਸਤੇ ਫਿਰ ਮਜਬੂਰ ਹੋਣਾ ਪਿਆ। ਉਹ ਗੁਰਦੁਆਰਾ ਨੜ ਸਾਹਿਬ ਹੈ। ਆਪਾਂ ਗੁਰਦੁਆਰਾ ਸ਼ਬਦ ਤਾਂ ਵਰਤਦੇ ਹਾਂ ਵੀ ਮਹਾਰਾਜ ਦੇ ਚਰਨ ਪਏ ਨੇ, ਪਰ ਇੱਥੇ ਕੋਈ ਇਮਾਰਤ ਨਹੀਂ ਬਣੀ ਹੈ। ਅੱਜ ਵੀ ਉਸੇ ਤਰ੍ਹਾਂ ਉਹ ਪੱਥਰ ਪਿਆ ਹੋਇਆ ਬੜਾ ਵੱਡਾ। ਔਰ ਆਪਾਂ ਗੁਰੂ ਕੇ ਲਾਹੌਰ ਤੋਂ ਜਦੋਂ ਜਾਂਦੇ ਹਨ ਅੱਗੇ ਨੂੰ ਨੰਗਲ ਨੂੰ ਜਾਈਏ, ਇੱਕ ਰਸਤਾ ਨਿਕਲਦਾ ਗੁਰੂ ਕੇ ਲਾਹੌਰ ਤੋਂ ਨੰਗਲ ਨੂੰ ਸੜਕ ਜਾਂਦੀ ਹੈ। 3 ਕਿਲੋਮੀਟਰ ਜਾਈਏ ਤੇ ਉੱਥੋਂ ਫਿਰ ਕੱਚੇ ਨੂੰ ਇੱਕ ਰਸਤਾ ਨਿਕਲਦਾ, ਪੈਦਲ ਹੀ ਜਾਣਾ ਪੈਂਦਾ। 1 ਕਿਲੋਮੀਟਰ ਜਾ ਕੇ ਇਹ ਸਥਾਨ ਬਣਿਆ ਹੋਇਆ ਗੁਰੂ ਕੀ ਨੜ। ਇਸ ਨੂੰ ਪਹਾੜੀਏ ਲੋਕ ਆਖਦੇ ਕਿ ਗੁਰੂ ਕਾ ਉਹ ਪੱਥਰ ਜੀ ਦੇ ਉਹਲੇ ਲੋਕੇ ਮਹਾਰਾਜ ਨੇ ਕੌਤਕ ਵਰਤਾਇਆ। ਇਹ ਮਹਾਰਾਜ ਦੀ ਯਾਦਗਾਰ ਇਸੇ ਤਰ੍ਹਾਂ ਉੱਥੇ ਬਣੀ ਹੋਈ ਹੈ। ਸੰਮਤ 17 ਕੂਸ ਦੇ ਨੇੜੇ ਬੰਨੇ ਇਹ ਮਹਾਰਾਜ ਜੀਆਂ ਦੇ ਉੱਪਰ ਇਹ ਜਿਹੜਾ ਹਮਲਾ ਸੀ ਨਾ, ਇਹਨਾਂ ਲੋਕਾਂ ਨੇ ਕੀਤਾ ਸੀ ਉਸ ਵੇਲੇ। ਸੋ ਸਤਿਗੁਰੂ ਪਾਤਸ਼ਾਹ ਨੇ ਇਹ ਕੌਤਕ ਇੱਥੇ ਵਰਤਾਇਆ। 1965 ਦੇ ਵਿੱਚ ਕਿਸੇ ਸਿੱਖ ਨੂੰ ਕੋਈ ਸੋਝੀ ਬਖਸ਼ਿਸ਼ ਹੋਈ ਸਤਿਗੁਰਾਂ ਦੇ ਵੱਲੋਂ। 1965 ਦੇ ਵਿੱਚ ਇੱਕ ਸਿੱਖ ਨੇ ਬਾਂਸ ਲੈ ਕੇ ਤੇ ਬਾਂਸ ਦੇ ਉੱਪਰ ਝੰਡਾ ਲਾ ਕੇ ਕੇਸਰੀ, ਤੇ ਸਿੱਖ ਨੇ ਉੱਥੇ ਗੱਡਿਆ ਮਹਾਰਾਜ ਦੀ ਯਾਦ ਵਿੱਚ ਵੀ ਮੇਰੇ ਗੁਰੂ ਨੇ ਇੱਥੇ ਚਰਨ ਪਾਏ ਨੇ। ਉਸ ਤੋਂ ਬਾਅਦ ਵਿੱਚ ਸੰਗਤਾਂ ਆਪਣੀ ਮਰਜ਼ੀ ਦੇ ਨਾਲ ਉੱਥੇ ਝੰਡਾ ਚਾੜ੍ਹ ਕੇ ਆਉਂਦੀਆਂ, ਬੜੀਆਂ ਸੰਗਤਾਂ ਉੱਥੇ ਨਿਸ਼ਾਨ ਚੜਾਉਂਦੀਆਂ, ਸੇਵਾ ਕਰਦੀਆਂ। ਸੋ ਐਸੀਆਂ ਸੇਵਾਵਾਂ ਅੱਜ ਵੀ ਗੁਰੂ ਕੀ ਸੰਗਤ ਵੱਲੋਂ ਉੱਥੇ ਹੁੰਦੀਆਂ। ਸੋ ਇਸੇ ਤਰ੍ਹਾਂ 2015 ਦੇ ਵਿੱਚ ਆ ਪਿੱਛੇ ਜਿਹਾ ਥੋੜ੍ਹਾ ਸਮਾਂ ਹੀ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਮਨ ਬਣਾਇਆ ਸੀ ਵੀ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਜਾਏ ਅਤੇ ਰਾਹ ਥੋੜ੍ਹਾ ਚੌੜਾ ਤੇ ਸੋਹਣਾ ਬਣਾਇਆ ਜਾਏ, ਸੰਗਤ ਤਾਂ ਜਾ ਕੇ ਦਰਸ਼ਨ ਕਰੇ। ਜਦੋਂ ਸਾਰੀ ਇਹ ਸਲਾਹ ਮਸ਼ਵਰਾ ਕਾਇਮ ਹੋ ਗਿਆ ਵੀ ਹਾਂ ਆਪਾਂ ਚੱਲ ਕੇ ਉੱਥੇ ਗੁਰੂ ਦੀ ਯਾਦਗਾਰ ਬਣਾਈਏ, ਤੇ ਜਦੋਂ ਸ਼੍ਰੋਮਣੀ ਕਮੇਟੀ ਦੇ ਵਿਅਕਤੀ ਜਿਹੜੇ ਕਰਮਚਾਰੀ ਸਨ ਉੱਥੇ ਗਏ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ, ਤੇ ਹਿਮਾਚਲ ਸਰਕਾਰ ਨੇ ਨਾ ਕਰ ਦਿੱਤੀ ਵੀ ਨਹੀਂ, ਇਹ ਜੰਗਲਾਤ ਮਹਿਕਮੇ ਦੀ ਇਹ ਜਗ੍ਹਾ ਹੈ। ਜਿਸ ਜਗ੍ਹਾ ਦੇ ਉੱਪਰ ਮਹਾਰਾਜ ਨੇ ਕੌਤਕ ਵਰਤਾਇਆ ਹੈ ਨਾ, ਇਹ ਹਿਮਾਚਲ ਸਰਕਾਰ ਦਾ ਜੋ ਜੰਗਲਾਤ ਮਹਿਕਮਾ ਹੈ, ਇਹ ਜੰਗਲਾਤ ਮਹਿਕਮੇ ਦੇ ਅੰਦਰ ਇਹ ਆਉਂਦੀ ਹੈ ਜਗ੍ਹਾ। ਉਹਨਾਂ ਨੇ ਮਨਾ ਕਰ ਦਿੱਤਾ ਵੀ ਤੁਸੀਂ ਇੱਥੇ ਕੋਈ ਯਾਦਗਾਰ ਨਹੀਂ ਬਣਾ ਸਕਦੇ, ਕੋਈ ਇਮਾਰਤ ਖੜੀ ਨਹੀਂ ਕਰ ਸਕਦੇ। ਸੋ ਇਸ ਸਥਾਨ ਨੂੰ ਇਸੇ ਤਰ੍ਹਾਂ ਹੀ ਰੱਖਿਆ ਜਾਵੇ। ਨਾ ਇਜਾਜ਼ਤ ਮਿਲਣ ਕਾਰਨ ਅੱਜ ਉਹ ਸਥਾਨ ਉਸੇ ਤਰ੍ਹਾਂ ਸਤਿਗੁਰਾਂ ਦੀ ਯਾਦ ਵਿੱਚ ਸ਼ੋਭਾ ਪਾ ਰਿਹਾ ਹੈ। ਇੱਕ ਗੱਲੋਂ ਚੰਗਾ ਵੀ ਹੈ ਕਿ ਆਪਾਂ ਅੱਜ ਵੀ ਉਸੇ ਤਰ੍ਹਾਂ ਉਸ ਪੱਥਰ ਦੇ ਦਰਸ਼ਨ ਕਰ ਸਕਦੇ ਹਾਂ, ਉਸ ਇਲਾਕੇ ਦੇ, ਉਸ ਜਗ੍ਹਾ ਦੇ ਦਰਸ਼ਨ ਉਵੇਂ ਹੀ ਕਰ ਸਕਦੇ ਹਾਂ ਜਿਵੇਂ 10ਵੇਂ ਪਾਤਸ਼ਾਹ ਦੇ ਟਾਈਮ 'ਤੇ ਸੀ। ਜੇ ਇਜਾਜ਼ਤ ਮਿਲ ਜਾਂਦੀ ਸਾਡੇ ਵਾਲਿਆਂ ਨੇ ਤੇ ਪੱਥਰ ਤੋੜ ਕੇ ਪਰੇ ਕਰ ਦੇਣਾ ਸੀ, ਉੱਥੇ ਲਾ ਦੇਣਾ ਸੀ ਸੰਗਮਰਮਰ ਦਾ ਪੱਥਰ, ਤੇ ਉੱਥੇ ਕਈ ਤਰ੍ਹਾਂ ਦੇ ਇਹਨਾਂ ਨੇ ਕਰਨੇ ਸਨ ਕਰਮ, ਤੇ ਅਸੀਂ ਉਹ ਕੇਵਲ ਗੁਰਦੁਆਰਾ ਕੰਧਾਂ ਵੇਖ ਕੇ ਹੀ ਆ ਜਾਣਾ ਸੀ। ਜਿਵੇਂ ਅੱਜ ਸਾਡੇ ਵਿੱਚੋਂ ਕਈ ਇਤਿਹਾਸਕ ਸਥਾਨ ਖਤਮ ਹੋ ਗਏ ਨਾ, ਆਪਣੇ ਨੇੜੇ ਹੀ ਚਮਕੌਰ ਸਾਹਿਬ ਹੈ, ਚਮਕੌਰ ਦੀ ਗੜੀ ਜਿੱਥੇ ਮਹਾਰਾਜ ਨੇ ਜੰਗ ਕੀਤਾ, ਉਹ ਪਾਤਸ਼ਾਹ ਦੀ ਯਾਦ ਸਾਰੀ ਢਾਹ ਕੇ ਮਿਟਾ ਕੇ ਉੱਥੇ ਗੁਰਦੁਆਰਾ ਇਮਾਰਤਾਂ ਬਣ ਗਈਆਂ। ਹੋਰ ਵੀ ਕਈ ਐਸੀਆਂ ਥਾਵਾਂ ਸਨ ਜਿੱਥੇ ਮਹਾਰਾਜ ਨੇ ਬੜੇ ਬੜੇ ਕੌਤਕ ਕੀਤੇ। ਉਹ ਇਮਾਰਤਾਂ, ਉਹ ਜਗ੍ਹਾ ਸਾਂਭਣ ਵਾਲੀ ਹੈ ਕਿ ਇੱਥੇ ਸਾਡੇ ਗੁਰੂ ਨੇ ਕੌਤਕ ਰਚਿਆ, ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਵੇਖਦੀਆਂ। ਪਰ ਅਸੀਂ ਤੇ ਉਹਨਾਂ ਨੂੰ ਢਾਹ ਕੇ ਉੱਥੇ ਪੱਥਰ ਲਾ ਕੇ ਆਲੀਸ਼ਾਨ ਗੁਰਦੁਆਰੇ ਬਣਾਏ ਕਿ ਸੰਗਤ ਕੋਲੋਂ ਬਹੁਤੀ ਮਾਇਆ ਦਾ ਵਪਾਰ ਹੀ ਹੈ ਗੁਰਮੁਖੋ, ਭਾਵੇਂ ਧਰਮ ਹੈ ਤੇ ਭਾਵੇਂ ਸੰਸਾਰੀ ਕਰਮ ਹੈ। ਹਰੇਕ ਬੰਦਾ ਧਰਮ ਦਾ ਠੇਕੇਦਾਰ ਬਣਿਆ, ਪੈਸਾ ਚਾਹੀਦਾ, ਉਹਦੇ ਵਾਸਤੇ ਪੱਥਰ ਇੱਕ ਲਾਓ ਤੇ ਵਿਖਾਓ ਅੱਗੋਂ ਵੀ ਮੈਂ ਬਹੁਤ ਕੁਝ ਕਰਦਾ ਪਿਆ, ਆਪਣੀ ਜੇਬ ਭਰੋ ਤੇ ਆਨੰਦ ਲਓ, ਇਹ ਕੋਈ ਚੱਲਦਾ ਪਿਆ। ਧਰਮੀ ਲੋਕ ਵੀ ਧਰਮ ਦਾ ਵਪਾਰ ਹੀ ਕਰਦੇ ਪਏ। ਪਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਜੇ ਤੁਸੀਂ ਗੁਰੂ ਘਰੇ ਬਣਾਉਣਾ ਨਾ, ਬਣਾਉਣ ਤੋਂ ਮਨਾਹੀ ਨਹੀਂ ਹੈ। ਗੁਰੂ ਘਰ ਗੁਰਦੁਆਰਾ ਥੋੜ੍ਹਾ ਸਾਈਡ 'ਤੇ ਵੀ ਬਣ ਸਕਦਾ, ਉੱਥੇ ਮਹਾਰਾਜ ਦਾ ਪ੍ਰਕਾਸ਼ ਹੋ ਸਕਦਾ, ਪਰ ਜਿਹੜੀ ਮਹਾਰਾਜ ਦੀ ਯਾਦਗਾਰ ਕੋਈ ਚੀਜ਼ ਬਣੀ ਹੈ ਨਾ, ਉਹਨੂੰ ਨਹੀਂ ਖਰਾਬ ਕਰਨਾ ਚਾਹੀਦਾ। ਉਹ ਦੁਬਾਰਾ ਨਹੀਂ ਆਪਾਂ ਨੂੰ ਮਿਲੇਗੀ।
ਨਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੁਸ਼ਤਾਂ ਵੇਖ ਸਕਣਗੀਆਂ। ਇਹ ਬੜੀ ਵੱਡੀ ਕਮੀ ਹੈ ਕਿ ਅਸੀਂ ਥੋੜ੍ਹੇ ਜਿਹੇ ਮਾਇਆ ਦੇ ਲਾਲਚ ਵਿੱਚ ਉਹ ਪੁਰਾਤਨ ਨਿਸ਼ਾਨੀਆਂ ਸਾਰੀਆਂ ਹੀ, ਭਾਵੇਂ ਕੋਈ ਰੁੱਖ ਹੈ, ਇਹ ਗੱਲ ਵੱਖਰੀ ਹੈ ਗੁਰਮੁਖੋ ਵੀ ਅਸੀਂ ਰੁੱਖਾਂ ਨਾਲ ਨਹੀਂ ਜੁੜੇ ਹੋਏ, ਜਾਂ ਫੋਟੋ ਨਾਲ ਜਾਂ ਜਗ੍ਹਾ ਨਾਲ ਨਹੀਂ ਜੁੜੇ। ਮੇਰੇ ਕਹਿਣ ਤੋਂ ਭਾਵ ਇਹ ਨਹੀਂ ਲੈ ਲੈਣਾ ਵੀ ਅਸੀਂ ਰੁੱਖਾਂ ਦੀ ਪੂਜਾ ਕਰੀਏ। ਕਹਿਣ ਤੋਂ ਭਾਵ ਇਹ ਹੈ ਵੀ ਸਾਨੂੰ ਉਹ ਨਿਸ਼ਾਨੀ ਰੱਖਣੀ ਚਾਹੀਦੀ ਹੈ ਵੀ ਇੱਥੇ ਗੁਰੂ ਨੇ ਆ ਕੌਤਕ ਵਰਤਾਇਆ ਹੈ, ਤਾਂ ਕਿ ਸੰਗਤਾਂ ਦਰਸ਼ਨ ਕਰਦੀਆਂ ਰਹਿਣ। ਅੱਜ ਉਹ ਸੰਗਮਰਮਰ ਲਾ ਲਾ ਕੇ ਕਈਆਂ ਥਾਵਾਂ 'ਤੇ ਇਤਿਹਾਸਕ ਰੁੱਖ ਜਿਹੜੇ ਖਤਮ ਹੋ ਗਏ, ਨਿਸ਼ਾਨੀਆਂ ਹੀ ਖਤਮ ਹੋ ਗਈਆਂ ਜਿੱਥੇ ਮਹਾਰਾਜ ਨੇ ਐਸੇ ਕੌਤਕ ਵਰਤਾਏ, ਐਸੇ ਕੌਤਕ ਕੀਤੇ। ਇਹ ਰੱਖਣੀਆਂ ਚਾਹੀਦੀਆਂ। ਰੋਹ ਵਿਚਾਰ ਜੰਗਲਾਤ ਮਹਿਕਮੇ ਨੇ ਜਗ੍ਹਾ ਨਹੀਂ ਦਿੱਤੀ ਹੈ, ਅਤੇ ਤਾਂ ਉਹ ਪੱਥਰ ਉਸੇ ਤਰ੍ਹਾਂ, ਉਹ ਬੜਾ ਵੱਡਾ ਪੱਥਰ ਜਿਸ ਨੂੰ ਨੜ ਕਿਹਾ ਜਾਂਦਾ ਪਹਾੜੀ ਬੋਲੀ ਦੇ ਵਿੱਚ, ਤਾਂ ਗੁਰਦੁਆਰੇ ਦਾ ਨਾਮ ਵੀ ਨੜ ਸਾਹਿਬ ਹੀ ਹੈ। ਇੱਥੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਇਹਨਾਂ ਪਹਾੜੀਆਂ ਦੇ ਨਾਲ ਆਪਣੀ ਜ਼ਿੰਦਗੀ ਦਾ ਇਹ ਪਹਿਲਾ ਜੰਗ ਕੀਤਾ। ਜਿੰਨੇ ਮਹਾਰਾਜ ਨੇ ਜੰਗ ਕੀਤੇ ਉਹਨਾਂ ਜੰਗਾਂ ਦਾ ਕਾਰਨ ਇਹ ਜੰਗ ਪਹਿਲਾਂ ਹੀ ਬਣਿਆ। ਇੱਥੋਂ ਹੀ ਫਿਰ ਉਹਨਾਂ ਨੇ ਖੁੰਨਸ ਖਾਧੀ, ਆਪਣੀ ਹਾਰ ਵੇਖ ਕੇ ਫਿਰ ਉਹ ਬਰਦਾਸ਼ਤ ਨਹੀਂ ਕਰ ਸਕੇ, ਈਰਖਾ ਦੇ ਵੱਸ ਹੋ ਕੇ ਫਿਰ ਮਹਾਰਾਜ ਤੇ ਇਹਨਾਂ ਨੇ ਕਈ ਤਰ੍ਹਾਂ ਦੇ ਹਮਲੇ ਕੀਤੇ ਤੇ ਕਰਵਾਏ। ਇਹ ਪਹਿਲਾ ਹਮਲਾ ਮਹਾਰਾਜ ਨੇ ਇੱਥੇ ਜਿਹੜਾ ਹੈ ਮੂੰਹ ਤੋੜ ਜਵਾਬ ਦਿੱਤਾ ਹੈ। ਜਦੋਂ ਆਪਣੇ ਇਹ ਗੁਰੂ ਕੇ ਲਾਹੌਰ ਮਹਾਰਾਜ ਗਏ ਨੇ, ਇਹ ਉੱਥੋਂ ਦਾ ਇਤਿਹਾਸ ਹੈ। ਕਿਉਂਕਿ ਪਿਛਲੇ ਦਿਨਾਂ ਤੋਂ ਆਪਾਂ ਬੇਨਤੀ ਇਹ ਕਰ ਰਹੇ ਸੀ ਕਿ ਆਪ ਸੰਗਤਾਂ ਨੂੰ ਨੜ ਸਾਹਿਬ ਗੁਰਦੁਆਰੇ ਦਾ ਇਤਿਹਾਸ ਸਰਵਣ ਕਰਵਾਵਾਂਗੇ। ਜਿਹੜੀ ਆਪਾਂ ਕਥਾ ਸਰਵਣ ਕਰ ਰਹੇ ਹਾਂ ਇਹਦੇ ਵਿੱਚ ਇਸ ਪ੍ਰਸੰਗ ਦਾ ਜ਼ਿਕਰ ਨਹੀਂ ਆਇਆ। ਹੋ ਸਕਦਾ ਹੈ ਵੀ ਉਸ ਵੇਲੇ ਇਹ ਗੁਰਦੁਆਰਾ ਨਾ ਸੰਗਤ ਵਿੱਚ ਪ੍ਰਗਟ ਹੋਇਆ ਹੋਵੇ, ਨਾ ਕੋਈ ਜਾਣਦਾ ਹੋਵੇ, ਅਤੇ ਤਾਂ ਇਤਿਹਾਸ ਵਿੱਚ ਇਹਦਾ ਜ਼ਿਕਰ ਨਹੀਂ ਆਇਆ। ਸੋ ਇੱਥੇ ਇਹ ਜ਼ੁਬਾਨੀ ਆਪ ਜੀ ਨੂੰ ਇਤਿਹਾਸ ਸੁਣਾਇਆ ਵੀ ਇਹ ਮਹਾਰਾਜ ਨੇ ਐਸਾ ਕੌਤਕ ਵਰਤਾਇਆ ਸੀ, ਨਾਲੇ ਤੇ ਖਾਲਸੇ ਦਾ ਮਾਣ ਦੂਰ ਕੀਤਾ, ਨਾਲੇ ਮਹਾਰਾਜ ਨੇ ਜੰਗ ਵਰਤਾਇਆ। ਅਤੇ ਉਹ ਇਤਿਹਾਸਕ ਜਗ੍ਹਾ ਜੇ ਅੱਜ ਆਪ ਜਾਣਾ ਚਾਹੋ ਤੇ ਜਦੋਂ ਗੁਰੂ ਕੇ ਲਾਹੌਰ ਤੋਂ ਨੰਗਲ ਨੂੰ ਜਾਈਏ 3 ਕਿਲੋਮੀਟਰ ਜਾ ਕੇ ਫਿਰ ਸੱਜੇ ਹੱਥ 1 ਕਿਲੋਮੀਟਰ ਗਾਂਹ ਪਹਾੜੀ ਦੇ ਵਿੱਚ ਉਹ ਜਗ੍ਹਾ ਬਣੀ ਹੋਈ ਹੈ। ਉੱਥੇ ਵੱਖੋ ਵੱਖਰੇ ਬੋਰਡ ਲੱਗੇ ਹੋਏ ਨੇ, ਲਿਖਿਆ ਹੋਇਆ, ਆਪ ਸੰਗਤਾਂ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ। ਇਹ ਐਸਾ ਇਤਿਹਾਸਕ ਸਥਾਨ ਮਹਾਰਾਜ ਸਾਹਿਬ ਜੀਆਂ ਦਾ ਜਿੱਥੇ ਪਾਤਸ਼ਾਹ ਨੇ ਐਸੇ ਕੌਤਕ ਵਰਤਾਏ ਨੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਗੁਰੂ ਕੇ ਲਾਹੌਰ ਵਿਖੇ ਐਸੀਆਂ ਬਖਸ਼ਾਂ ਮਹਾਰਾਜ ਕਰ ਰਹੇ ਹਨ। ਮਾਨੁਖ ਤਨ ਸਫਲਾ ਕਰਿਓ ਪਹੁੰਚੇ ਮੇਲ ਜੇ ਮਾਹੇ। ਜਿੰਨੇ ਮੇਲ ਵਿੱਚ ਆਏ ਨੇ ਨਾ ਬਰਾਤੀ ਨੇ, ਤੇ ਭਾਵੇਂ ਬਰਾਤ ਨੂੰ ਜੀ ਆਇਆਂ ਕਹਿਣ ਵਾਲੇ ਨੇ, ਸਾਰਿਆਂ ਨੇ ਆਪਣਾ ਤਨ ਗੁਰਮੁਖੋਂ ਸਫਲਾ ਕਰ ਲਿਆ ਮਹਾਰਾਜ ਦੇ ਵਿਆਹ ਦੀ ਹਾਜ਼ਰੀ ਭਰ ਕੇ। ਜਿਹੜੇ ਬਰਾਤ ਦੇ ਨਾਲ ਗਏ ਨੇ ਉਹਨਾਂ ਨੂੰ ਵੀ ਤੇ ਧੰਨ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋਏ ਨਾ ਗੁਰਮੁਖੋਂ। ਦਰਸ਼ਨ ਭਾਗਾ ਬਿਨਾਂ ਤੇ ਨਹੀਂ ਨਾ ਹੁੰਦੇ, ਤੇ ਜਿਨ੍ਹਾਂ ਨੂੰ ਦਰਸ਼ਨ ਹੋ ਗਏ ਉਹ ਮੁਕਤ ਕਿਉਂ ਨਹੀਂ ਹੋਣਗੇ, ਜ਼ਰੂਰ ਹੋ ਜਾਣਗੇ। ਜਿਨ੍ਹਾਂ ਨੇ ਲੜਕੀ ਵਾਲਿਆਂ ਵੱਲੋਂ, ਮਾਤਾ ਜੀਤੋ ਜੀ ਦੇ ਪੇਕਿਆਂ ਵੱਲੋਂ ਹੋ ਕੇ ਮਹਾਰਾਜ ਨੂੰ ਜੀ ਆਇਆਂ ਆਖਿਆ, ਸੇਵਾ ਕੀਤੀ, ਉਹ ਵੀ ਮੁਕਤ ਹੋ ਗਏ। ਇਹ ਵਿਆਹ ਦਾ ਤੇ ਬਹਾਨਾ ਹੈ। ਅਸਲ ਦੇ ਵਿੱਚ ਮਹਾਰਾਜ ਸਾਹਿਬ ਜੀ ਆਪਣੇ ਦਰਸ਼ਨ ਬਖਸ਼ਿਸ਼ ਕਰਕੇ ਬਹੁਤਿਆਂ ਨੂੰ ਮੁਕਤੀ ਦੀ ਦਾਤ ਦੇਣ ਵਾਸਤੇ ਗਏ ਹਨ। ਜਹਾਂ ਨਿਕਾਸਿਓ ਨੀਰ ਕੋ ਤੋਮਰ ਅਨੀ ਪ੍ਰਹਾਰ। ਜਿੱਥੇ ਮਹਾਰਾਜ ਨੇ ਵਰਸ਼ਾ ਮਾਰਿਆ ਸੀ ਨਾ ਪਾਣੀ ਕੱਢਣ ਵਾਸਤੇ, ਕਹਿਣ ਲੱਗੇ ਉਹ ਪਾਣੀ ਵਾਲੀ ਜਿਹੜੀ ਜਗ੍ਹਾ ਹੈ, ਚਿੰਨਤ ਥਲ ਸੋ ਆਜ ਲਗ ਚਲਤ ਬਾਰ ਕਛ ਧਾਰ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਮੈਂ ਇਤਿਹਾਸ ਲਿਖਿਆ ਨਾ ਤੇ ਮੈਂ ਵੇਖਣ ਵਾਸਤੇ ਗਿਆ। ਜਿਨ੍ਹਾਂ ਨੇ ਇਤਿਹਾਸ ਲਿਖਿਆ ਨਾ ਵਿਦਵਾਨਾਂ ਨੇ, ਉਹ ਕਹਿੰਦੇ ਅਸੀਂ ਵੇਖਣ ਵਾਸਤੇ ਗਏ ਕਿ ਵਾਕਿਆ ਹੀ ਇਹ ਗੱਲ ਸੱਚੀ ਹੈ ਵੀ ਉੱਥੇ ਪਾਣੀ ਦਾ ਚਸ਼ਮਾ ਨਿਕਲਿਆ, ਕਿਤੇ ਐਵੇਂ ਤੇ ਨਹੀਂ ਗੱਲਾਂ ਬਣੀਆਂ ਹੋਈਆਂ। ਪਰ ਕਹਿਣ ਲੱਗੇ ਜਦੋਂ ਮੈਂ ਜਾ ਕੇ ਵੇਖਿਆ ਤੇ ਇਸੇ ਤਰ੍ਹਾਂ ਪਾਣੀ ਦੀ ਧਾਰਾ ਜਿਹੜੀ ਹੈ ਨਾ ਉੱਥੋਂ ਨਿਕਲਦੀ, ਪਾਣੀ ਦਾ ਸੋਮਾ ਕਹਿੰਦੇ ਮੈਂ ਆਪ ਵੇਖਿਆ ਹੈ, ਮੈਂ ਅੱਖੀਂ ਡਿੱਠਾ। ਇਹ ਹਾਲ ਇੱਥੇ ਵਰਣਨ ਕੀਤਾ ਹੈ ਗੁਰਮੁਖੋ। ਪਾਣੀ ਦਾ ਚਸ਼ਮਾ ਅੱਜ ਵੀ ਇਤਿਹਾਸ 'ਤੇ ਮੰਨ ਲਓ ਕਈ ਸਾਲ ਪਹਿਲਾਂ ਲਿਖਿਆ ਹੈ, ਅੱਜ ਵੀ ਆਪਾਂ ਜਾ ਕੇ ਵੇਖ ਸਕਦੇ ਹਾਂ। ਇਸੇ ਤਰ੍ਹਾਂ ਉਹ ਪਾਣੀ ਦਾ ਚਸ਼ਮਾ ਅੱਜ ਵੀ ਉੱਥੋਂ ਨਿਕਲਦਾ। ਮਹਾਰਾਜ ਦੇ ਵਿਆਹ ਦੇ ਦਿਨਾਂ ਦੇ ਵਿੱਚ ਉੱਥੇ ਮੇਲਾ ਵੀ ਲੱਗਦਾ ਹੈ। ਜਦੋਂ ਹੋਲਾ ਮਹੱਲਾ ਅਨੰਦਪੁਰ ਸਾਹਿਬ ਹੁੰਦਾ ਹੈ ਉਦੋਂ ਵੀ ਬੜੀਆਂ ਭਾਰੀ ਰੌਣਕਾਂ ਗੁਰੂ ਕੇ ਲਾਹੌਰ ਵਿਖੇ ਹੁੰਦੀਆਂ। ਇਹ ਮਹਾਰਾਜ ਜੀਆਂ ਦਾ ਸਹੁਰਾ ਪਿੰਡ ਹੈ। ਇਹ ਇਸ ਦਾ ਇਤਿਹਾਸ ਆਪਾਂ ਸਰਵਨ ਕਰ ਰਹੇ ਹਾਂ। ਸਵਈਆ ਸ਼੍ਰੀ ਮੁਖ ਤੇ ਫਰਮਾਵਨ ਕੀਨ। ਮਹਾਰਾਜ ਸਾਹਿਬ ਜੀਆਂ ਨੇ ਗੁਰਮੁਖੋ ਇਹ ਵਿਆਹ ਦੇ ਜਦੋਂ ਸਾਰੇ ਕਾਰਜ ਹੋ ਗਏ ਨਾ ਤੇ ਫਿਰ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹਨ, ਅਬੈ ਹਮਕੋ ਕਰ ਦਿਓ ਵਿਦਾ। ਮਹਾਰਾਜ ਕਹਿਣ ਲੱਗੇ ਜੀ ਹੁਣ ਸਾਨੂੰ ਵਿਦਾਇਗੀ ਦਿਓ। ਵਿਆਹ ਦਾ ਕਾਰਜ ਤੇ ਹੋ ਗਿਆ, ਕਈ ਦਿਨ ਹੋ ਗਏ ਅਨੰਦਪੁਰ ਸਾਹਿਬ ਤੋਂ ਆਇਆ, ਹੁਣ ਤੁਸੀਂ ਡੋਲਾ ਤੋਰੋ ਤੇ ਸਾਨੂੰ ਆਗਿਆ ਦਿਓ, ਅਸੀਂ ਆਪਣੇ ਨਗਰ ਚੱਲੀਏ, ਆਪਣੇ ਸਹੁਰਾ ਪਰਿਵਾਰ ਨੂੰ। ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਆਖਦੇ ਹਨ, ਜਾਏ ਮਸੰਦ ਬਖਾਨਤ ਭਾ। ਜਿਹੜੇ ਮਹਾਰਾਜ ਦੇ ਮਸੰਦ ਸਨ ਨਾ, ਮੋਹਰੀ ਮੋਹਰੀ ਸਿੱਖ, ਮੁੱਖ ਮੁੱਖ ਸਿੱਖ, ਉਹਨਾਂ ਨੇ ਮਹਾਰਾਜ
ਬੈਠ ਕੇ ਮਾਤਾ ਸਾਹਿਬ ਮਾਤਾ ਜੀਤੋ ਜੀਆਂ ਨੇ ਆਉਣਾ ਹੈ। ਉਹ ਸਾਰੇ ਪ੍ਰਬੰਧ ਔਰ ਸ਼ਗਨਾਂ ਦੇ ਜਿਹੜੇ ਉਸ ਵੇਲੇ ਸ਼ਗਨ ਹੋਣੇ ਕਾਰਜ ਹੋਣੇ ਉਹ ਵੀ ਸਾਰੇ ਉਸ ਵੇਲੇ ਮੁਕੰਮਲ ਕੀਤੇ ਹਨ। ਦਾਇਜ ਆਨ ਧਰਿਓ ਸਗਰੋ ਗੁਰੂ। ਕਹਿਣ ਲੱਗੇ ਇਸੇ ਤਰ੍ਹਾਂ ਜਿਹੜੀਆਂ ਦੇਣ ਲੈਣ ਵਾਲੀਆਂ ਚੀਜ਼ਾਂ ਜਿਹੜੀਆਂ ਵਾਲੀ ਮਸ਼ੀਨ ਹੈ ਕਿ ਕੱਪੜੇ ਨੂੰ ਕੱਪੜਾ ਪਾੜ ਜਾਵੇ ਉੱਧੜ ਜਾਵੇ ਖਰਾਬ ਹੋ ਜਾਵੇ ਤੇ ਇਹ ਤੋਪਾ ਲਾ ਸਕਦੀ ਹੈ ਸਿਉਂ ਸਕਦੀ ਹੈ। ਇਸੇ ਤਰ੍ਹਾਂ ਮੰਜਾ ਦੇ ਦੇਣਾ ਵੀ ਇਹਦੇ ਉੱਪਰ ਆਰਾਮ 2-4 ਬਿਸਤਰੇ ਦੇ ਦੇਣੇ ਵੀ ਆਪਣੇ ਘਰ ਦੀ ਗ੍ਰਸਤੀ ਚੱਲ ਪਵੇ। ਸੋ ਇਹ ਹੈ ਸੀ ਮਦਦ ਵਾਸਤੇ। ਜਾਂ ਜਿਹੜੇ ਆਪਾਂ ਸ਼ਗਨ ਪਾਉਣੇ ਆ ਨਾ ਅੱਜ ਲੜਕੀ ਲੜਕੇ ਨੂੰ 500 ਦੇ 1000 ਦੇ ਨੋਟ ਜਾਂ 20 50 ਹਜ਼ਾਰ ਵੀ ਸ਼ਗਨ ਪਾਇਆ ਜਾਂਦਾ। ਅਸਲ ਦੇ ਵਿੱਚ ਪਹਿਲੇ ਸਮੇਂ ਵਿੱਚ ਲੋਕਾਂ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ। ਆਪਾਂ ਇਹ ਗੱਲ ਕਹਿੰਦੇ ਆ ਨਾ ਵੀ ਪਿਛਲਾ ਸਮਾਂ ਬੜਾ ਚੰਗਾ। ਅੱਜ ਬਹੁਤੇ ਲੋਕ ਇਹ ਗੱਲ ਕਹਿੰਦੇ ਪਹਿਲਾਂ ਬੜੀਆਂ ਮੌਜਾਂ ਸਨ, ਪਹਿਲਾ ਸਮਾਂ ਬੜਾ ਚੰਗਾ ਸੀ। ਮੌਜਾਂ ਪਹਿਲਾਂ ਬਹੁਤੀਆਂ ਨਹੀਂ ਸਨ। ਸਾਡੇ ਮਨ ਦਾ ਭੁਲੇਖਾ ਹੀ ਹੈ, ਭਰਮ ਹੀ ਹੈ। ਅੱਜ ਸਾਡੇ ਕੋਲ ਵੇਖੋ ਪੱਖੇ ਚੱਲਦੇ, ਠੰਡੀਆਂ ਹਵਾਵਾਂ ਆਉਣ ਜਾਣ ਵਾਸਤੇ ਗੱਡੀਆਂ, ਚਾਨਣ ਦਿਨੇ ਰਾਤ ਅਸੀਂ ਜੋ ਮਰਜ਼ੀ ਕਰੀਏ, ਕਈ ਤਰ੍ਹਾਂ ਦੇ ਪਦਾਰਥ ਛਕਣ ਛਕਾਉਣ ਨੂੰ। ਪਰ ਗੁਰਮੁਖੋ ਪਹਿਲੇ ਸਮੇਂ ਵਿੱਚ ਕੁਝ ਨਹੀਂ ਹੈ। ਲੋਕ ਲਾਲਟੈਨ ਦੀਵਾ ਜਗਾਉਂਦੇ ਅਤੇ ਇਸੇ ਤਰ੍ਹਾਂ ਨਾ ਕੋਈ ਪੱਖਾ ਤੇ ਬਹੁਤ ਜ਼ਿਆਦਾ ਗਰਮੀ, ਕਈ ਤਰ੍ਹਾਂ ਦੀਆਂ ਮੁਸੀਬਤਾਂ ਵੀ ਸਨ। ਤੇ ਅੱਜ ਵਾਂਗ ਲੋਕਾਂ ਕੋਲ ਬਹੁਤੀ ਮਾਇਆ ਵੀ ਨਹੀਂ ਸੀ। ਜੇ ਕਿਸੇ ਨੇ ਕੱਪੜਾ ਨਵਾਂ ਲੈ ਆਂਦਾ ਉਹਦਾ ਕੱਪੜਾ ਪਾ ਕੇ ਕਈਆਂ ਨੇ ਆਪਣੇ ਕਈ ਸਮਾਗਮ ਜਿਹੜੇ ਵੇਖ ਲੈਣੇ। ਔਰ ਇਸੇ ਤਰ੍ਹਾਂ ਉਹਨਾਂ ਸਮਿਆਂ ਵਿੱਚ ਕੀ ਕੀਤਾ ਜਾਂਦਾ ਸੀ ਕਿ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ, ਸਾਕ ਸੰਬੰਧੀ ਇਕੱਠੇ ਹੋ ਕੇ 1-1 ਰੁਪਈਆ 2-2 ਰੁਪਈਏ ਜਿੰਨਾ ਵੀ ਕੋਈ ਦਾਨ ਦੇ ਸਕਦਾ ਉਹ ਲੜਕੀ ਦੇ ਪਿਤਾ ਨੂੰ ਦਿੱਤਾ ਜਾਂਦਾ ਸੀ ਵੀ ਇਹ ਇਕੱਲਾ ਜਾਣਾ ਖਰਚਾ ਨਹੀਂ ਕਰ ਸਕਦਾ, ਵਿਆਹ ਦੇ ਬਰਾਤੀਆਂ ਨੂੰ ਬਰਾਤ ਨੂੰ ਸੰਭਾਲਣਾ ਇਹ ਖਰਚਾ ਨਹੀਂ ਕਰ ਸਕਦਾ। ਉਹ ਸਾਰੇ ਮਦਦ ਦਿੰਦੇ ਸਨ। 1-1 ਰੁਪਈਆ ਮਦਦ ਦੇਣੀ ਵੀ ਤੂੰ ਵਿਆਹ ਕਰ ਲਾ, ਜਦੋਂ ਅਸੀਂ ਕਰਾਂਗੇ ਰੁਪਈਆ ਸਾਡੇ ਘਰੇ ਵੀ ਆਏਗਾ, ਅਸੀਂ ਵੀ ਕਰ ਲਵਾਂਗੇ। ਇੱਕ ਦੂਜੇ ਦੀ ਮਦਦ ਵਾਸਤੇ ਸੀ ਉਸ ਵੇਲੇ ਵੀ ਸਾਰੇ ਜਾਣੇ ਆਪਣੇ ਘਰ ਤੋਂ ਆਪਣੇ ਦਰਵਾਜ਼ੇ ਤੋਂ ਬਹੂ ਬੇਟੀ ਦਾ ਰਿਸ਼ਤਾ ਕਰ ਸਕਣ ਜਾਂ ਕਰਾ ਸਕਣ। ਇਹ ਉਸ ਵੇਲੇ ਮਦਦ ਵਾਸਤੇ। ਜਿਵੇਂ ਲਖਨਊ ਸ਼ਹਿਰ ਹੈ ਨਾ, ਇਹਦਾ ਵੀ ਕਿਸੇ ਵਿਦਵਾਨ ਨੇ ਇਤਿਹਾਸ ਲਿਖਿਆ ਵੀ ਲਖਨਊ ਤੋਂ ਭਾਵ ਕਹਿਣ ਲੱਗੇ ਵੀ ਉਸ ਵੇਲੇ ਜੇ ਕਿਸੇ ਦੇ ਘਰ ਵਿੱਚ ਵਿਆਹ ਹੁੰਦਾ ਨਾ ਤੇ ਪ੍ਰਥਾ ਸੀ ਉਹਨਾਂ ਲੋਕਾਂ ਦੀ ਵੀ 1 ਇੱਟ ਲੈ ਕੇ ਜਾਣੀ ਤੇ 1 ਰੁਪਈਆ ਲੈ ਕੇ ਜਾਣਾ। 1 ਇੱਟ ਦੇ ਕੇ ਆਉਣੀ ਤੇ 1 ਰੁਪਈਆ ਵੀ ਨਾਲ ਦੇ ਕੇ ਆਉਣਾ ਜਦੋਂ ਕਿਸੇ ਖੁਸ਼ੀ ਦਾ ਸਮਾਗਮ ਕਰਨਾ। ਹੁਣ ਮੰਨ ਲਓ ਲੱਖ ਬੰਦਾ ਰਹਿੰਦਾ ਹੋਵੇ ਤੇ 1,00,000 ਇੱਟ ਆ ਗਈ ਤੇ ਨਾਲ ਹੀ 1,00,000 ਰੁਪਈਆ ਆ ਗਿਆ। ਉਹ ਅਗਲਾ ਆਪਣੇ ਖੁਸ਼ੀ ਦੇ ਕੰਮ ਵੀ ਕਰ ਲੈਂਦਾ ਸੀ, ਘਰ ਵੀ ਬਣਾ ਲੈਂਦਾ, ਆਪਣੇ ਕਰਜ਼ੇ ਵਗੈਰਾ ਜੋ ਸੀ ਸਾਰੇ ਉਤਾਰ ਕੇ ਤੇ ਆਪਣੀਆਂ ਉਹ ਮੁਸੀਬਤਾਂ ਦੂਰ ਕਰ ਲੈਂਦਾ। ਆਪਾਂ ਲਖਨਊ ਤਾਂ ਹੀ ਉਸ ਨੂੰ ਕਹਿ ਦਿੰਦੇ ਹਾਂ ਵੀ ਇਸ ਤਰ੍ਹਾਂ ਉੱਥੇ ਰਿਵਾਜ ਸੀ ਪਹਿਲੇ ਸਮਿਆਂ ਜਦੋਂ ਕਿਤੇ ਉਹ ਸ਼ਹਿਰ ਬਣਿਆ ਹੋਵੇਗਾ। ਇਸ ਤਰੀਕੇ ਨਾਲ ਉਹ ਸ਼ਹਿਰ ਬਣਿਆ ਵੀ 1-1 ਰੁਪਈਆ ਤੇ 1-1 ਇੱਟ ਦਾਨ ਕਰਕੇ ਆਓ, ਅਗਲਾ ਘਰ ਵੀ ਬਣਾ ਲਵੇ, ਆਪਣਾ ਸਮਾਗਮ ਵੀ ਕਰ ਲਵੇ। ਸੋ ਇਹ ਪ੍ਰਥਾ ਜਿਹੜੀਆਂ ਸਨ ਵੱਡੇ ਵਡੇਰਿਆਂ ਨੇ ਤਾਂ ਚਲਾਈਆਂ ਸਨ ਵੀ ਜਿਹੜਾ ਕੋਈ ਆਪਣੀ ਬੱਚੀ ਦਾ ਰਿਸ਼ਤਾ ਨਹੀਂ ਕਰ ਸਕਦਾ ਉਹਨੂੰ ਰਿਸ਼ਤੇਦਾਰ ਰੁਪਈਆ ਜਿੰਨਾ ਵੀ ਉਸ ਵੇਲੇ ਸਮਰੱਥਾ ਸੀ, ਪੈਸਾ 2 ਪੈਸੇ ਆਨਾ ਜੋ ਵੀ ਹੈ ਉਹ ਮਦਦ ਦਿੰਦੇ ਵੀ ਤੂੰ ਆਪਣਾ ਕਾਰਜ ਸਾਰ ਲਾ, ਜਦੋਂ ਮੈਂ ਕਰਾਂਗਾ ਇਹ ਮੈਨੂੰ ਦੇ ਜਾਈਂ ਤੇ ਬਾਅਦ ਵਿੱਚ ਮੈਂ ਕਰ ਲਵਾਂਗਾ। ਮੈਨੂੰ ਵੀ ਕਰਨਾ ਸੌਖਾ, ਤੈਨੂੰ ਵੀ ਕਰਨਾ ਸੌਖਾ ਹੋ ਗਿਆ। ਇਹ ਸੀ ਉਸ ਵੇਲੇ ਮਦਦ ਕਰਨੀ। ਪਰ ਅੱਜ ਉਹ ਚੀਜ਼ ਦਾ ਇੱਕ ਰਿਵਾਜ ਬਣ ਗਿਆ, ਮੈਂ ਇੰਨੇ ਪੈਸੇ ਦੇ ਕੇ ਗਿਆ ਤੂੰ ਮੈਨੂੰ ਇੰਨੇ ਕਿਉਂ ਨਹੀਂ ਦਿੱਤੇ, ਮੈਂ ਤੈਨੂੰ ਇੰਨਾ ਮਹਿੰਗਾ ਸੂਟ ਦਿੱਤਾ ਸੀ ਤੂੰ ਮੈਨੂੰ ਹੌਲਾ ਦੇ ਦਿੱਤਾ। ਅੱਜ ਕੱਲ੍ਹ ਤੇ ਝਗੜੇ ਪੈ ਗਏ, ਕਲੇਸ਼ ਪੈ ਗਏ, ਐਵੇਂ ਲੜਾਈਆਂ ਸ਼ੁਰੂ ਹੋ ਗਈਆਂ। ਅੱਜ ਕੱਲ੍ਹ ਉਸ ਚੀਜ਼ ਦਾ ਫੈਸ਼ਨ ਬਣ ਗਿਆ, ਰਿਵਾਜ ਬਣ ਗਿਆ। ਮੈਂ ਕਹਿ ਸਕਾਂ ਵੀ ਮੇਰੇ ਕੁੜਮਾਂ ਤੋਂ ਇੰਨੇ ਸੂਟ ਆਏ, ਇੰਨੀਆਂ ਟੂਮਾਂ ਆਈਆਂ, ਮੇਰੇ ਸਹੁਰਿਆਂ ਤੋਂ ਆਹ ਮਿਲਿਆ, ਤੇਰੇ ਸਹੁਰਿਆਂ ਤੋਂ ਕੀ ਆਇਆ। ਇਹ ਇੱਕ ਫੈਸ਼ਨ ਬਣ ਗਿਆ ਹੈ, ਹੋਰ ਕੁਝ ਨਹੀਂ ਹੈ। ਪਰ ਅਸਲ ਵਿੱਚ ਵੱਡੇ ਵਡੇਰਿਆਂ ਨੇ ਦੂਜੇ ਦੀ ਮਦਦ ਵਾਸਤੇ ਇਹ ਸਾਰੇ ਜਿਹੜੇ ਪ੍ਰੋਗਰਾਮ ਸਨ ਉਸ ਵੇਲੇ ਚਲਾਏ ਸਨ। ਇਸੇ ਤਰ੍ਹਾਂ ਜਿਹੜੀ ਦਾਜ ਦੀ ਪ੍ਰਥਾ ਹੈ ਇਹ ਵੀ ਇਸੇ ਤਰ੍ਹਾਂ ਚੱਲੀ ਵੀ ਲੋੜਵੰਦ ਚੀਜ਼ਾਂ ਦੇਣੀਆਂ, ਮੰਜਾ ਬਿਸਤਰਾ ਜਾਂ ਸਿਲਾਈ ਵਾਲੀ ਕੋਈ ਮਸ਼ੀਨ ਤੇ ਵੱਧ ਤੋਂ ਵੱਧ ਕਿਸੇ ਨੇ ਕੋਈ ਸਾਈਕਲ ਵਗੈਰਾ ਦੇ ਦਿੱਤਾ ਵੀ ਇਹ ਚੀਜ਼ਾਂ ਲੋੜ ਵਾਲੀਆਂ ਤੇ ਕੰਮ ਆਉਣਗੀਆਂ। ਹੌਲੀ ਹੌਲੀ ਬੱਚਾ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ, ਫਿਰ ਆਪਣੇ ਘਰ ਨੂੰ ਆਪੇ ਚਲਾ ਲੈਣਗੇ। ਪਰ ਅੱਜ ਉਹ ਚੀਜ਼ ਲਾਲਚ ਵਿੱਚ ਆ ਗਈ, ਵੱਡੀ ਗੱਡੀ ਚਾਹੀਦੀ ਹੈ, ਵੱਡਾ ਘਰ ਚਾਹੀਦਾ, ਚੈੱਕ ਨਾਲ ਚਾਹੀਦੇ ਨੇ, ਬੜਾ ਕੁਝ ਨਾਲ ਚਾਹੀਦਾ। ਲੱਖਾਂ ਦੀ ਗਿਣਤੀ ਵਿੱਚ ਖਰਚਾ ਬੈਠਦਾ ਵਿਆਹ ਦਾ, ਕਈ ਲੱਖ
ਵੱਡੇ ਵੱਡੇ ਪੈਲਸ ਵਿਖਾਉਣ ਵਾਸਤੇ ਵੀ ਮੈਂ ਬੜਾ ਵੱਡਾ ਤੇ ਮੈਨੂੰ ਘਰ ਵੀ ਬੜਾ ਵੱਡਾ ਮਿਲਿਆ ਹੈ। ਇਹ ਇੱਕ ਸਾਡੇ ਵਿੱਚ ਬੜਾ ਮਾੜਾ ਦੌਰ ਚੱਲ ਪਿਆ ਜਿਹੜਾ ਹੋਣਾ ਨਹੀਂ ਚਾਹੀਦਾ। ਸਾਡੇ ਤੋਂ ਬਿਨਾ ਹੋਰ ਵੀ ਤੇ ਦੁਨੀਆ ਵਸਦੀ ਹੈ ਨਾ, ਈਸਾਈ ਵਸਦੇ, ਹੋਰ ਵੀ ਕਈ ਲੋਕ ਵਸਦੇ ਨੇ, ਬਾਹਰ ਵਿਦੇਸ਼ਾਂ ਦੇ ਵਿੱਚ ਵੀ ਲੋਕ ਵਸਦੇ। ਉਹਨਾਂ ਦੇ ਵਿਆਹ ਬੜੇ ਸਿੰਪਲ ਤੇ ਸਾਦੇ ਜਿਹੇ, ਚਰਚ ਵਿੱਚ ਜਾ ਕੇ ਛਾਪ ਪਾਈ ਤੇ ਬਸ ਚਾਹ ਪਾਣੀ ਪੀਤਾ ਤੇ ਵਿਆਹ ਹੋ ਗਿਆ। ਅਸੀਂ ਕਰਦੇ ਵੀ ਸਾਰਾ ਕੁਝ ਹੀ ਆ, ਛਾਪ ਵੀ ਪਾਉਂਦੇ ਆ, ਰਿੰਗ ਸ਼ਰਮਣੀ ਸਾਡੀ ਉੱਥੋਂ ਹੀ ਚੱਲੀ ਹੈ। ਸਾਡੀ ਤੇ ਪ੍ਰਥਾ ਹੈ ਕੋਈ ਨਹੀਂ। ਈਸਾਈਆਂ ਦੇ ਵਾਂਗ ਉਹ ਛਾਪ ਵੀ ਅਸੀਂ ਪਾਉਣ ਲੱਗ ਪਏ, ਹਿੰਦੂ ਧਰਮ ਦੇ ਵਾਂਗ ਗਲ ਦੇ ਵਿੱਚ ਮਾਲਾ ਵੀ ਪਾਉਣ ਲੱਗ ਪਏ, ਜੈ ਮਾਲਾ। ਸਿੱਖ ਧਰਮ ਦੀ ਤੇ ਮਰਿਆਦਾ ਹੈ ਨਹੀਂ, ਅਤੇ ਸਿੱਖ ਧਰਮ ਦੇ ਮੁਤਾਬਕ ਲਾਵਾਂ ਵੀ ਲਈਆਂ। 3 ਕੰਮ ਕਰ ਲੈ ਨਾ, ਤਿੰਨਾਂ ਧਰਮਾਂ ਦੇ 3 ਕੰਮ ਕੀਤੇ। ਮੁੰਦਰੀ ਵੀ ਪਾ ਲਈ, ਜੈ ਮਾਲਾ ਵੀ ਪਾ ਲਈ ਤੇ ਲਾਵਾਂ ਵੀ ਲੈ ਲਈਆਂ। ਪਰ ਉਹ ਲੋਕ ਕੇਵਲ ਇੱਕੋ ਕਰਮ ਹੀ ਕਰਦੇ ਨੇ, ਉਸੇ ਕਰਮ ਦੇ ਉੱਪਰ ਹੀ ਉਹ ਟਿਕੇ ਹੋਏ। ਪਰ ਅਸੀਂ ਨਹੀਂ ਕਿਸੇ ਨੂੰ ਛੱਡਦੇ ਪਏ। ਸਾਡੇ ਧਿਆਨ ਵਿੱਚ ਇੱਕ ਹਾਲੇ ਧਰਮ ਰਹਿੰਦਾ ਹੈ, ਜਿਹੜਾ ਇਸਲਾਮ ਧਰਮ ਹੈ ਨਾ, ਉਹ ਸਾਡੀ ਹਾਲੇ ਧਿਆਨ ਤੋਂ ਬਾਹਰ ਹੈ। ਹੌਲੀ ਹੌਲੀ ਅਸੀਂ ਇਸ ਧਰਮ ਦੇ ਵਿੱਚ ਵੀ ਆ ਜਾਣਾ ਤੇ ਅਸੀਂ ਉਹ ਕਬੂਲ ਹੈ ਵੀ ਕਰਾਂਗੇ। ਥੋੜ੍ਹੇ ਸਮੇਂ ਵਿੱਚ ਇਹ ਸਾਡੀ ਪ੍ਰਥਾ ਬਣ ਜਾਣੀ ਹੈ। ਇਹ ਵੀ ਅਸੀਂ ਇਹ ਸਾਰੇ ਧਰਮਾਂ ਦੇ ਵਿੱਚ ਰਲਦੇ ਜਾਂਦੇ, ਰਲ ਗੱਡ ਹੁੰਦੇ ਜਾਂਦੇ। ਹੋਣਾ ਨਹੀਂ ਚਾਹੀਦਾ। ਇਹ ਪ੍ਰਸੰਗ ਇਤਿਹਾਸ ਮਹਾਰਾਜ ਜੀਆਂ ਦਾ ਸਮਝਣ ਵਾਸਤੇ ਹੈ। ਗੁਰੂ ਦੀ ਮਰਿਆਦਾ, ਗੁਰੂ ਸਿੱਖਿਆ ਨਾਲ ਜੁੜੀਏ। ਰੋਹ ਵਿਚਾਰ ਕਹਿਣ ਲੱਗੇ ਵੀ ਮਹਾਰਾਜ ਜੀ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਕੁਝ ਅਸੀਂ ਸਮਾਨ ਦੇਣਾ ਚਾਹੁੰਦੇ ਹਾਂ। ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ, ਸਾਨੂੰ ਕੋਈ ਲੋੜ ਨਹੀਂ। ਗੁਰੂ ਘਰ ਦੇ ਵਿੱਚ ਬੇਅੰਤ ਦਾਤਾਂ ਆਉਂਦੀਆਂ, ਬੇਅੰਤ ਵਰਤਦੀਆਂ, ਸਾਨੂੰ ਕਿਸੇ ਵਸਤੂ ਦੀ ਲੋੜ ਨਹੀਂ ਹੈ। ਆਪ ਮਿਲੈ ਮਿਲਬਾਤ ਭਨੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਕਰਦੇ ਹੋ, ਇਹ ਆਨੰਦ ਯਾਦ ਹਿਰਦੈ ਹੋਵੇ ਸਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਬਾਣੀ ਪੜ੍ਹਿਆ ਕਰੋ, ਆਨੰਦ ਲਿਆ ਕਰੋ, ਨਾਮ ਜਪਿਆ ਕਰੋ ਭਾਈ, ਇਹਨਾਂ ਵਸਤੂਆਂ ਦੀ ਗੁਰੂ ਘਰ ਦੇ ਵਿੱਚ ਕੋਈ ਲੋੜ ਨਹੀਂ। ਐਸੇ ਬਚਨ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਕਹਿ ਕੇ ਤੇ ਸਾਰੀ ਸੰਗਤ ਨੂੰ ਪਾਤਸ਼ਾਹ ਜੀਆਂ ਨੇ ਫਿਰ ਉਪਦੇਸ਼ ਜਿਹੜਾ ਹੈ ਉਹ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਐਸੀ ਕਿਰਪਾ ਮਹਾਰਾਜ ਕਰਦੇ ਹਨ। ਬ੍ਰਿੰਦ ਮਸੰਦਨ ਸੰਗਤ ਮੋਹ। ਉਸ ਵੇਲੇ ਬਹੁਤੀਆਂ ਸੰਗਤਾਂ ਤੇ ਮਸੰਦਾਂ ਨੂੰ ਮਹਾਰਾਜ ਕਹਿਣ ਲੱਗੇ ਹਨ, ਪ੍ਰਭ ਤਿਆਰੀ ਸੁਣੀ ਜਬ ਹੇਤ ਵਿਦਾਈ। ਮਹਾਰਾਜ ਕਹਿਣ ਲੱਗੇ ਚਲੋ ਭਾਈ ਤਿਆਰੀ ਕਰੋ, ਚਲੀਏ ਵਾਪਸ ਆਪਾਂ ਆਨੰਦਪੁਰ ਸਾਹਿਬ ਨੂੰ। ਸੰਗਤ ਨੂੰ ਚੱਲਣ ਵਾਸਤੇ ਹੁਕਮ ਕੀਤੇ ਹਨ। ਬਾਦਤ ਬਾਜ ਉਠੇ ਤਤਕਾਲ। ਮਹਾਰਾਜ ਦਾ ਬਚਨ ਸੁਣਦਿਆਂ ਬਰਾਜ ਦੇ ਚੱਲਣ ਵਾਸਤੇ ਉਸੇ ਵੇਲੇ ਵਾਜੇ ਗਾਜੇ ਨਗਾਰੇ ਜਿਹੜੇ ਵੱਜ ਪਏ ਹਨ। ਕਹੀ ਮੁਖ ਬਾਤ ਨਾ ਦੇਤ ਸੁਣਾਈ। ਇੰਨਾ ਸ਼ੋਰ ਸ਼ਰਾਬਾ ਹੋਇਆ ਨਗਾਰਿਆਂ ਦਾ ਵੀ ਉਸ ਵੇਲੇ ਇੱਕ ਦੂਜੇ ਦੀ ਗੱਲ ਸੁਣਾਈ ਨਹੀਂ ਦਿੰਦੀ ਹੈ। ਆਪ ਉਠੇ ਮਹਾਰਾਜ ਗੁਰੂ। ਸਤਿਗੁਰੂ ਪਾਤਸ਼ਾਹ ਉਸ ਵੇਲੇ ਉੱਠ ਪਏ ਆਪ ਜਾਣ ਵਾਸਤੇ। ਨਿਜ ਸੰਗ ਸਭਾ ਕੇ ਲਿਏ ਸਮੁਦਾਈ। ਸਤਿਗੁਰੂ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਨਾਲ ਲੈ ਲਿਆ, ਜਿੰਨੇ ਬਰਾਤੀ, ਜਿੰਨੇ ਗੁਰਮੁਖ ਸੱਜਣ ਸੰਗਤ ਗਈ। ਮਹਾਰਾਜ ਨੇ ਸਾਰਿਆਂ ਨੂੰ ਆਖਿਆ ਚਲੋ ਭਾਈ ਹੁਣ ਆਪਾਂ ਆਨੰਦਪੁਰ ਸਾਹਿਬ ਨੂੰ ਚੱਲਣਾ ਕਰੀਏ। ਜਾਏ ਨਿਵੇਸ਼ ਪ੍ਰਵੇਸ਼ ਭਏ। ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਆਪਣੇ ਸਹੁਰੇ ਘਰ ਦੇ ਵਿੱਚ ਜਾ ਕੇ ਆਪਣੇ ਡੇਰੇ ਵਿੱਚ ਪ੍ਰਵੇਸ਼ ਕੀਤੇ ਹਨ। ਸਿਰ ਨੰਬਰ ਅਸ਼ੇਸ਼ ਉਠੇ ਅਗਵਾਈ। ਸਤਿਗੁਰੂ ਪਾਤਸ਼ਾਹ ਨੂੰ ਆਇਆ ਵੇਖ ਕੇ ਸਹੁਰੇ ਪਰਿਵਾਰ ਸਾਰੇ ਨੇ ਉੱਠ ਕੇ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ। ਸਭ ਬੀਜ ਪਰਿਅੰਕ ਪੈ ਬੈਠ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਉਸ ਵੇਲੇ ਪਲੰਘੇ ਦੇ ਵਿੱਚ ਬਿਠਾਇਆ, ਕਿਉਂਕਿ ਕੁਝ ਸ਼ਗਨ ਹੁੰਦੇ ਗੁਰਮੁਖੋ ਪਰਿਵਾਰਾਂ ਦੇ, ਉਹ ਸ਼ਗਨ ਕਰਨ ਵਾਸਤੇ, ਖੁਸ਼ੀਆਂ ਦੇ ਕਾਰਜ ਨੂੰ ਸੰਪੂਰਨ ਕਰਨ ਵਾਸਤੇ ਵਿਹੜੇ ਦੇ ਵਿੱਚ ਮਹਾਰਾਜ ਦੇ ਸਹੁਰਾ ਪਰਿਵਾਰ ਨੇ ਬੜਾ ਸੋਹਣਾ ਪਲੰਘਾ ਉਡਾਇਆ। ਉਸ ਪਲੰਘੇ ਦੇ ਉੱਪਰ ਮਹਾਰਾਜ ਜਾ ਕੇ ਬੈਠੇ ਹਨ। ਚੌਂ ਔਰ ਨਿਹਾਰਤ ਹੈ ਨਰ ਨਾਰੀ। ਸਤਿਗੁਰੂ ਪਾਤਸ਼ਾਹ ਜਿੱਥੇ ਬੈਠੇ ਚਾਰ ਚਫੇਰੇ ਸੰਗਤਾਂ ਮਹਾਰਾਜ ਸਾਹਿਬ ਜੀਆਂ ਨੂੰ ਵੇਖ ਰਹੀਆਂ ਹਨ। ਉਸ਼ਨੀਕ ਜਗਾ ਕਲਗੀ ਕਲ ਕੁੰਡਲ। ਸਤਿਗੁਰੂ ਜੀਆਂ ਨੇ ਬੜੀ ਸੋਹਣੀ ਸਿਰ ਤੇ ਦਸਤਾਰ ਸਜਾਈ ਹੈ ਤੇ ਦਸਤਾਰ ਦੇ ਉੱਪਰ ਮਹਾਰਾਜ ਜੀਆਂ ਨੇ ਬੜੀ ਸੋਹਣੀ ਕਲਗੀ ਜਿਹੜੀ ਹੈ ਨਾ ਜਿਗਾ ਉਹ ਆਪਣੇ ਸੀਸ ਦੇ ਉੱਪਰ ਲਾਈ ਹੋਈ ਹੈ। ਢੋਲਕ ਪੋਲ ਹੋਮੈ ਬਲਿਹਾਰੀ। ਤੇ ਮਹਾਰਾਜ ਸਾਹਿਬ ਜੀਆਂ ਦੀਆਂ ਗੱਲਾਂ ਦੇ ਉੱਪਰ ਲੰਮੇ ਲੰਮੇ ਕੇਸ ਜਿਹੜੇ ਕੁੰਡਲਦਾਰ ਬੜੀ ਸ਼ੋਭਾ ਪਾ ਰਹੇ ਹਨ। ਅਰਬਿੰਦ ਬਿਲੋਚਨ ਸੋਚ ਵਿਮੋਚਨ। ਸਤਿਗੁਰੂ ਪਾਤਸ਼ਾਹ ਦੇ ਨੇਤਰ ਜਿਹੜੇ ਨੇ ਕਮਲ ਫੁੱਲ ਵਰਗੇ ਬੜੇ ਚੌੜੇ ਹੋਏ, ਜਿਵੇਂ ਕਮਲ ਫੁੱਲ ਦੀਆਂ ਪੰਖੜੀਆਂ ਖਿੜਦੀਆਂ। ਮਹਾਰਾਜ ਸਾਹਿਬ ਜੀਆਂ ਦੇ ਐਸੇ ਪਵਿੱਤਰ ਕੋਮਲ ਜਿਹੜੇ ਨੇਤਰ ਨੇ ਉਹ ਖਿੜੇ ਹੋਏ ਹਨ। ਸ਼ੋਰ ਸਕੋਜ ਭਿਖੈ ਮਤ ਹਾਰੀ। ਜਿਹੜਾ ਵੀ ਮਹਾਰਾਜ ਜੀਆਂ ਦੇ ਵੱਲ ਵੇਖਦਾ ਹੈ ਕਹਿਣ ਲੱਗੇ ਉਹ ਮਹਾਰਾਜ ਜੀਆਂ ਦਾ ਹੀ ਹੋ ਕੇ ਰਹਿ ਜਾਂਦਾ। ਐਸੇ ਮਹਾਰਾਜ ਜੀਆਂ ਦੇ ਨੇਤਰ ਨੇ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰੇ ਹੋ। ਜਿੱਧਰ ਤੱਕਦੇ ਮਹਾਰਾਜ ਦਾਸਾਂ ਦੇ ਦੁੱਖਾਂ ਨੂੰ ਦੂਰ ਕਰਦੇ ਹਨ। ਗਨ ਆਨ ਵਿਭੂਖਨ ਥਾਲ ਧਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਸਾਹਮਣੇ ਇਹਨਾਂ ਨੇ ਸ਼ਗਨਾਂ ਵਾਸਤੇ ਕਈ ਲਿਆ ਕੇ ਵਸਤੂਆਂ ਰੱਖੀਆਂ ਹਨ। ਬਹੁ ਬਾਸਨ ਕੋ ਤਰ ਕੀਨਸ ਤਿਆਰੀ। ਇਹ ਕਹਿਣ ਲੱਗੇ ਇਸੇ ਤਰ੍ਹਾਂ ਤਿਆਰੀ ਕੀਤੀ ਹੈ ਵੀ ਆ ਮਹਾਰਾਜ ਆਪਾਂ ਸ਼ਗਨ ਕਾਰਜ ਕਰਨੇ ਹਨ। ਪਾਟ ਨੇ ਦਾਇਜ਼ ਪੁੰਜ ਗਿਨਿਓ। ਕਹਿਣ ਲੱਗੇ ਵੀ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਉਸ ਵੇਲੇ
ਇਹ ਸਾਰੇ ਕਾਰਜਾਂ ਨੂੰ ਉਸ ਵੇਲੇ ਕਰਦੇ ਪਏ ਹਨ। ਜੀਤੋ ਪਿਤਾ ਜੁਤ ਭਾਗ ਬਿਲੰਦ। ਮਾਤਾ ਸਾਹਿਬ ਮਾਤਾ ਜੀਤੋ ਜੀ ਇਹਨਾਂ ਦੇ ਵੀ ਭਾਗ ਵੱਡੇ ਨੇ, ਜੋ ਗੁਰੂ ਘਰ ਨਾਲ ਰਿਸ਼ਤਾ ਬਣਿਆ, ਗੁਰੂ ਪਾਤਸ਼ਾਹ ਨਾਲ ਸੰਬੰਧ ਬਣਿਆ। ਮਾਤਾ ਜੀਤੋ ਜੀਆਂ ਦੇ ਜੋ ਪਿਤਾ ਜੀ ਨੇ ਹਰਜਸ ਸੁਪਿਖਿਆ ਜੀ, ਉਹਨਾਂ ਦਾ ਵੀ ਕਹਿਣ ਲੱਗੇ ਵੱਡੇ ਭਾਗ ਨੇ, ਜੋ ਗੁਰੂ ਘਰ ਨਾਲ ਨਾਤਾ ਬਣਿਆ ਹੈ। ਕਹਿ ਤੋਲਨ ਕੇ, ਕਹਿਣ ਲੱਗੇ ਵੀ ਇਸੇ ਤਰ੍ਹਾਂ ਇਹਨਾਂ ਦੇ ਭਾਗ ਕਿਸੇ ਨਾਲ ਤੋਲੇ ਨਹੀਂ ਜਾ ਸਕਦੇ, ਇੰਨੇ ਚੰਗੇ ਕਰਮ ਇਹਨਾਂ ਦੇ ਵੀ ਕਿਸੇ ਨਾਲ ਮਿਲਾਏ ਨਹੀਂ ਜਾ ਸਕਦੇ ਹਨ। ਕੀਨ ਸਭੀ ਕੁਲ ਰੀਤ ਬਲੀ। ਇਹ ਕੁਲ ਦੀ ਸਾਰੀ ਰੀਤ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਕੀਤੀ ਤੇ ਕਰਵਾਈ ਹੈ। ਵਿਦ ਸ਼੍ਰੀ ਗੁਰ ਫੇਰ ਉਠੇ ਤਤਕਾਲ। ਤੇ ਹੁਣ ਮਹਾਰਾਜ ਉੱਠ ਪੈ, ਕਹਿਣ ਲੱਗੇ ਚਲੋ ਭਾਈ ਸ਼ਗਨਾਂ ਦੇ ਕਾਰਜ ਹੋ ਗਏ ਨੇ ਤੇ ਹੁਣ ਸਾਨੂੰ ਜਾਣ ਦੀ ਆਗਿਆ ਬਖਸ਼ੋ। ਹੋਏ ਵਿਦਾ ਘਰ ਸਾਸੁਰ ਤੇ। ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਆਪਣੇ ਸਹੁਰੇ ਘਰ ਤੋਂ ਵਿਦਾ ਹੋ ਕੇ ਚੱਲੇ ਹਨ। ਨਿਕਸੇ ਅਵਲੋਕਤ ਲੋਕ ਵਿਸਾਲਾ। ਤੇ ਸਤਿਗੁਰਾਂ ਨੂੰ ਬਹੁਤੇ ਲੋਕ ਉਸ ਵੇਲੇ ਜਾਂਦਿਆਂ ਹੋਇਆਂ ਦੇਖਦੇ ਪਏ ਹਨ। ਬਾਦਤ ਬਰਿੰਦ ਬਜੈ ਅਗਵਾਨ। ਕਈ ਤਰ੍ਹਾਂ ਦੇ ਬਾਜੇ ਨਗਾਰੇ ਮਹਾਰਾਜ ਸਾਹਿਬ ਜੀਆਂ ਦੇ ਅੱਗੇ ਵੱਜਦੇ ਜਾਂਦੇ ਹਨ। ਸੋ ਡੇਰੇ ਮੈਂ ਆਏ ਕਿ ਤਿਆਰ ਕਿਰਪਾਲਾ। ਤੇ ਸਤਿਗੁਰੂ ਪਾਤਸ਼ਾਹ ਜੀ ਆ ਗਏ ਡੇਰੇ ਦੇ ਵਿੱਚ ਤੇ ਆ ਕੇ ਤਿਆਰੀ ਕਰਦੇ ਹਨ। ਆਯੁਧ ਅੰਗ ਸਜਾਵਤ ਭੇ। ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਪਰ ਸ਼ਸਤਰ ਸਜਾਏ ਹਨ। ਮਨ ਭਾਵਤ ਜੇ ਕਰਵਾਰ ਕਰਲਾ। ਬੜੀ ਭਿਆਨਕ ਤਲਵਾਰ ਜਿਹੜੀ ਮਹਾਰਾਜ ਨੇ ਆਪਣੇ ਗਲ ਵਿੱਚ ਪਹਿਨੀ ਹੈ। ਸੰਗ ਖਤੰਗਨ ਪੁਰ ਨਿਖੰਗੈ। ਤੇ ਸਤਿਗੁਰਾਂ ਨੇ ਭੱਥਾ ਜਿਹੜਾ ਤੀਰਾਂ ਦਾ ਭਰਿਆ ਹੋਇਆ ਆਪਣੇ ਮੋਢੇ ਤੇ ਟੰਗਿਆ ਹੈ। ਅੰਗ ਸਜਾਏ ਚੜੇ ਤਬ ਘੋਰੇ। ਇਹ ਸਾਰਾ ਕੁਝ ਸਜਾ ਕੇ ਮਹਾਰਾਜ ਆਪਣੇ ਘੋੜੇ ਦੇ ਉੱਪਰ ਸਵਾਰ ਹੋਏ ਹਨ। ਹਾਥ ਸਰਾਸਨ ਸ਼ੋਭਤ ਹੈ। ਮਹਾਰਾਜ ਜੀਆਂ ਦੇ ਹੱਥ ਵਿੱਚ ਕਹਿਣ ਲੱਗੇ ਤੀਰ ਕਮਾਨ ਸ਼ੋਭਾ ਪਾਉਂਦਾ ਹੈ। ਬਰ ਜ਼ੇਵਰ ਜੋਤ ਦਿਪੈ ਚੌ ਇਸ ਓਰੇ। ਕਮਾਨ ਦੇ ਉੱਪਰ ਬੜੇ ਸੋਹਣੇ ਮੋਤੀ ਲੱਗੇ ਹੋਏ ਹਨ। ਹਵੈ ਸਖੀਆਂ ਪਹਿਰਾਵਤ ਪੁੰਜ। ਕਹਿਣ ਲੱਗੇ ਇਸੇ ਤਰ੍ਹਾਂ ਮਾਤਾ ਸਾਹਿਬ ਮਾਤਾ ਜੀਤੂ ਜੀਆਂ ਦੀਆਂ ਜਿਹੜੀਆਂ ਸਖੀਆਂ ਸਹੇਲੀਆਂ ਨੇ, ਉਹਨਾਂ ਨੇ ਮਾਤਾ ਜੀਤੂ ਜੀਆਂ ਨੂੰ ਤਿਆਰ ਕਰਕੇ ਉਸ ਵੇਲੇ ਫਿਰ ਮਿਲ ਹੈ ਦੁਲਹੀ ਸੁਚ ਢਾਇਕ ਡੋਰੇ। ਤੇ ਕਹਿਣ ਲੱਗੇ ਜਿਹੜੀ ਪਾਲਕੀ ਹੈ ਨਾ, ਜਿਹਦੇ ਵਿੱਚ ਮਾਤਾ ਜੀਤੂ ਜੀਆਂ ਨੇ ਚੜ੍ਹ ਕੇ ਆਉਣਾ ਹੈ, ਉਸ ਪਾਲਕੀ ਦੇ ਵਿੱਚ ਮਾਤਾ ਜੀਤੂ ਜੀ ਨੂੰ ਬਿਠਾਇਆ ਗਿਆ ਹੈ। ਬ੍ਰਿੰਦ ਮਸੰਦ ਬਿਲੰਦ ਲਿਓ ਧਨ। ਸਤਿਗੁਰਾਂ ਦੇ ਨਾਲ ਬਹੁਤੇ ਮਸੰਦ ਗੁਰੂ ਕੇ ਸਿੱਖ ਤੁਰੇ ਆਉਂਦੇ ਹਨ। ਮੇਘ ਮਨਿੰਦ ਵਿਠੇ ਕਰ ਜੋਰੇ। ਤੇ ਉਸ ਵੇਲੇ ਬੇਅੰਤ ਸੰਗਤਾਂ ਨੂੰ, ਗਰੀਬਾਂ ਨੂੰ ਸਤਿਗੁਰਾਂ ਦੇ ਵੱਲੋਂ ਹੁਕਮ ਹੋਇਆ ਤੇ ਬੇਅੰਤ ਦਾਨ ਧਨ ਵੰਡਿਆ ਗਿਆ ਹੈ। ਆਵਤ ਉਪਰ ਕੋਵਰ ਖਾਵਤ। ਸਤਿਗੁਰੂ ਪਾਤਸ਼ਾਹ ਚੱਲੇ ਆ ਰਹੇ ਤੇ ਕਹਿੰਦੇ ਇਸ ਤਰ੍ਹਾਂ ਸੰਗਤਾਂ ਵਿੱਚ ਧਨ ਵੰਡਿਆ ਜਾਂਦਾ ਹੈ। ਆਗੇ ਕਰਿਓ ਸਭ ਹੂਨ ਤੇ ਡੋਰਾ। ਤੇ ਸਾਰਿਆਂ ਤੋਂ ਅੱਗੇ ਅੱਗੇ ਮਹਾਰਾਜ ਚੱਲਦੇ ਪਏ, ਘੋੜਾ ਲੈ ਕੇ, ਘੋੜੇ ਤੇ ਬਿਰਾਜਮਾਨ ਨੇ ਧੰਨ ਦਸਵੇਂ ਪਾਤਸ਼ਾਹ। ਪਿੱਛੇ ਪਿੱਛੇ ਮਹਾਰਾਜ ਜੀਆਂ ਦੇ ਜਿਹੜੇ ਕੁਹਾਰ ਨੇ, ਉਹ ਡੋਲੀ ਚੱਕ ਕੇ ਮੋਢਿਆਂ ਦੇ ਉੱਪਰ ਤੁਰੇ ਆਉਂਦੇ। ਨਾਲ ਨਾਲ ਮਹਾਰਾਜ ਦੇ ਬਰਾਤੀ ਤੇ ਸੰਗਤਾਂ ਵੀ ਤੁਰੀਆਂ ਹਨ। ਪੰਥ ਪਰੇਪੁਰ ਆਨੰਦ ਕੇ। ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਅਨੰਦਪੁਰ ਦੇ ਰਸਤੇ ਤੇ ਚੱਲੇ ਹਨ। ਵਿਲੋਚਨ ਲਾਗ ਰਹੇ ਤਿਤ ਊਰਾ। ਤੇ ਸਤਿਗੁਰੂ ਜੀ ਵੇਖਦੇ ਪਏ ਅਨੰਦਪੁਰ ਸਾਹਿਬ ਵੱਲ, ਤੇ ਸੰਗਤਾਂ ਵੀ ਸਾਰੀਆਂ ਅਨੰਦਪੁਰ ਸਾਹਿਬ ਨੂੰ ਮੂੰਹ ਕਰਕੇ ਚੱਲੀਆਂ ਹਨ। ਹੋਤ ਕੁਲਾਹਲ ਧੂਰ ਉਡੀ। ਇਸ ਤਰ੍ਹਾਂ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੋ ਰਿਹਾ ਤੇ ਬੜੀ ਧੂੜ ਉੱਡਦੀ ਪਈ ਘੋੜਿਆਂ ਦੇ ਪੌੜਾਂ ਦੇ ਨਾਲ। ਗੁਰ ਦੇਖ ਟਿਕਾਏ ਲਿਓ ਨਿਜ ਤੇ ਘੋਰਾ। ਸਤਿਗੁਰੂ ਪਾਤਸ਼ਾਹ ਨੇ ਦੇਖ ਕੇ ਤੇ ਆਪਣੇ ਘੋੜੇ ਨੂੰ ਉਸ ਵੇਲੇ ਟਿਕਾਇਆ, ਰੁਕਿਆ ਹੈ। ਸੰਗ ਬਰਾਤ ਪ੍ਰਿਆਤ ਸੁਮਾਰਗ। ਇਸ ਤਰ੍ਹਾਂ ਮਹਾਰਾਜ ਜੀ ਬਰਾਤੀਆਂ ਦੇ ਨਾਲ ਰਸਤੇ ਤੇ ਚੱਲਦੇ ਹਨ। ਹਵੈ ਮਨ ਵਿੱਚ ਆਨੰਦ ਨ ਥੋਰਾ। ਥੋੜਾ ਆਨੰਦ ਨਹੀਂ, ਬਹੁਤਾ ਆਨੰਦ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਜਿਉ ਧਨ ਡਾਰਤ ਜਾਤ ਇਸ ਭਏ। ਤਰ੍ਹਾਂ ਮਹਾਰਾਜ ਜੀ ਧਨ ਵੰਡਦੇ ਹੋਏ ਗਰੀਬਾਂ ਨੂੰ ਜਾਂਦੇ ਹਨ। ਤਿਵੇਂ ਆਵਤ ਭੀਮਰ ਖਾਏ ਵਿਸਾਲਾ। ਜਿਵੇਂ ਜਾਂਦਿਆਂ ਧਨ ਵੰਡਿਆ ਹੋਵੇ, ਆਉਂਦਿਆਂ ਵੀ ਮਹਾਰਾਜ ਬਖਸ਼ਾਂ ਕਰਕੇ ਆਉਂਦੇ ਹਨ। ਜਾਚਕ ਦਾਰਦ ਦੂਰ ਦਿਓ ਕਰ। ਮੰਗਤਿਆਂ ਦੇ ਦਲਿੱਦਰ ਤੇ ਮੰਗਤਿਆਂ ਦੀ ਗਰੀਬੀ ਮਹਾਰਾਜ ਨੇ ਦੂਰ ਕਰ ਦਿੱਤੀ ਹੈ। ਜੀ ਤਹ ਆਏ ਗਏ ਤਤਕਾਲ। ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਮਹਾਰਾਜ ਰਸਤੇ ਤੇ ਤੁਰੇ ਆਉਂਦੇ ਹਨ। ਬਰਿੰਦ ਆਨੰਦਪੁਰੇ ਮੈਂ ਆਨੰਦ। ਇਧਰੋਂ ਬੇਅੰਤ ਸੰਗਤਾਂ ਜਿਹੜੀਆਂ ਅਨੰਦਪੁਰ ਸਾਹਿਬ ਦੇ ਵਿੱਚ ਡਿੱਗਦੀਆਂ ਪਈਆਂ ਹਨ। ਬਿਲੰਦੈ ਪ੍ਰੀਤ ਪ੍ਰਤੀ ਖਤ ਵਾਲਾ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਉਡੀਕ ਮਾਤਾ ਗੁਜਰੀ ਜੀ ਅਨੰਦਪੁਰ ਦੀਆਂ ਸੰਗਤਾਂ ਕਰ ਰਹੀਆਂ ਹਨ। ਮੰਦਰ ਮੇਗਨ ਤੇ ਉਮੜੀ ਤੜਤਾ। ਇਸੇ ਤਰ੍ਹਾਂ ਬੀਬੀਆਂ ਜਿਹੜੀਆਂ ਨੇ ਕਹਿਣ ਲੱਗੇ ਕੋਠਿਆਂ ਦੇ ਉੱਪਰ, ਚੁਬਾਰਿਆਂ ਦੇ ਉੱਪਰ ਚੜੀਆਂ ਹੋਈਆਂ ਹਨ। ਤੜਤਾ ਬਹੁ ਰੂਪ ਭਈ ਚਲ ਚੱਲ। ਇਸ ਤਰ੍ਹਾਂ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚੱਲੇ ਆ ਰਹੇ ਨੇ। ਮਹਾਰਾਜ ਸਾਹਿਬ ਜੀਆਂ ਦਾ ਇਹ ਵਿਆਹ ਕਾਰਜ ਜਿਹੜਾ ਗੁਰਮੁਖੋਂ ਸੰਪੂਰਨ ਹੋਇਆ ਹੈ। ਤੇ ਮਹਾਰਾਜ ਸਾਹਿਬ ਜੀ ਚੜ੍ਹ ਕੇ ਉਸ ਵੇਲੇ ਗੁਰੂ ਕੇ ਲਾਹੌਰ ਤੋਂ ਡੋਲਾ ਨਾਲ ਲੈ ਕੇ ਮਾਤਾ ਜੀਤੂ ਜੀਆਂ ਦਾ ਸੰਗਤਾਂ ਨੂੰ ਨਾਲ ਲੈ ਕੇ ਮਹਾਰਾਜ ਸਾਹਿਬ ਜੀ ਚੜ੍ਹ ਕੇ ਚੱਲ ਕੇ ਅਤੇ ਇਸੇ ਤਰ੍ਹਾਂ ਗੁਰਮੁਖੋਂ ਮਹਾਰਾਜ ਅਨੰਦਪੁਰ ਸਾਹਿਬ ਆ ਕੇ ਪਹੁੰਚੇ। ਅੱਗੇ ਮਾਤਾ ਗੁਜਰੀ ਜੀ ਕੀ ਸ਼ਗਨ ਮਨਾਉਂਦੇ ਨੇ, ਕੀ ਸ਼ਗਨ ਕਰਦੇ ਨੇ ਔਰ ਪਾਤਸ਼ਾਹ ਕੀ ਕੌਤਕ ਵਰਤਾਉਣਗੇ, ਇਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਨ ਕਰਾਂਗੇ। ਲੇਖੈ ਕਤਹਿ ਨ ਛੂਟੀਐ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ